ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਸਵਾਗਤ ਹੈ ਤੁਹਾਡਾ ਫਿਰ ਤੋਂ। ਅਸੀਂ ਇੱਕ ਸਟ੍ਰੀਕ ਅੰਮ੍ਰਿਤ ਦੇ ਬਾਰੇ ਸ਼ੁਰੂ ਕੀਤੀ ਸੀ ਪਿਛਲੇ ਐਪੀਸੋਡਸ ਦੇ ਵਿੱਚ, ਔਰ ਉਸੇ ਦੇ ਚੱਲਦਿਆਂ ਅੱਜ ਅਸੀਂ ਪੰਜਾਂ ਪਿਆਰਿਆਂ ਦੀ ਸਾਜਨਾ ਤੇ ਅੰਮ੍ਰਿਤ ਦਾਤ ਦਾ ਰਿਹੱਸ, ਇਹ ਜਿਹੜੇ ਉਹਦੀ ਫਾਈਨਲਾਈਜੇਸ਼ਨ ਹੋ ਰਹੀ ਹੈ ਉਸ ਟੌਪਿਕ ਦੀ, ਉਸ ਕਨਸੈਪਟ ਦੀ। ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਤੋਂ ਡਾਕਟਰ ਗੁਰਤਨ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ, ਤੇ ਫਿਰ ਆਪਾਂ ਅੱਗੇ ਚਲਾਂਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਉਣ ਲਈ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਪੰਜਾਬ, ਇੰਡੀਆ ਤੇ ਵਿਸ਼ਵ ਦੇ ਸੰਗਤ ਨੂੰ, ਭਾਵੇਂ ਉਹ ਕਿਸੇ ਵੀ ਵਿਚਾਰ, ਧਰਮ, ਖਿਆਲ ਨਾਲ ਜੁੜੀ ਹੋਈ ਹੈ, ਭਾਵੇਂ ਉਹਨਾਂ ਦਾ ਧਰਮ ਵਿੱਚ ਵਿਸ਼ਵਾਸ ਨਾ ਵੀ ਹੋਵੇ, ਉਹਨਾਂ ਸਾਰਿਆਂ ਨੂੰ ਆਪਣੀ ਸੰਗਤ ਮੰਨ ਕੇ, ਸਾਂਝੀ ਮਨੁੱਖਤਾ ਸਮਝ ਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲਾਂ ਵੀ ਅੰਮ੍ਰਿਤ ਦੇ ਉੱਤੇ ਕਰ ਰਹੇ ਹਾਂ। ਸਾਡਾ ਕੋਈ ਆਪਦਾ ਆਪਣੇ ਤੌਰ ਤੇ, ਇੰਡੀਵਿਜੂਅਲ ਤੌਰ ਤੇ ਕੋਈ ਫਾਈਨਲ ਦਾਵਾ ਨਹੀਂ, ਆਖਰੀ ਦਾਵਾ ਨਹੀਂ। ਸਾਡਾ ਇੱਕ ਯਤਨ ਆ, ਕਿਉਂਕਿ ਅੰਮ੍ਰਿਤ ਦੀ ਦਾਤ ਤੇ ਇਸ ਧਰਤੀ ਦੇ ਉੱਤੇ, ਇਹਦੇ ਆਉਣ ਦਾ ਅੰਦਾਜ਼, ਇਹਦੇ ਪੈਦਾ ਹੋਣ ਦਾ ਅੰਦਾਜ਼, ਇਹਦੇ ਪਿੱਛੇ ਗੁਰੂ, ਇਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ, ਇਹਦੇ ਪਿੱਛੋਂ ਸਾਜਾ ਖਾਲਸਾ, ਉਹ ਦੁਨੀਆ 'ਚ ਇੰਨਾ ਨਿਆਰਾ, ਇਹਦੇ ਤੇ ਫਾਈਨਲ ਗੱਲ ਕੋਈ ਨਹੀਂ ਹੋ ਸਕਦੀ। ਅੱਗੇ ਤੋਂ ਅੱਗੇ ਹੁੰਦੀਆਂ ਹੀ ਰਹਿਣਗੀਆਂ ਗੱਲਾਂ, ਕਿਉਂਕਿ ਜਿਹੜਾ ਧਰਮ ਹੈ ਉਹਦੇ ਵਿੱਚ ਐਂਡਲੈਸਨੈਸ ਤੱਕ ਅਰਥ ਛੁਪੇ ਹੁੰਦੇ ਨੇ। ਪਰ ਇੱਕ ਗੱਲ ਜ਼ਰੂਰ ਆ, ਜਦੋਂ ਕੋਈ ਜੀਨੀਅਸ ਉਸ ਧਰਮ ਨੂੰ ਡੈਡੀਕੇਟਡ ਹੋ ਕੇ ਗੱਲ ਕਰਦੀ ਹੈ, ਉਸ ਧਰਮ ਦੀ ਇੱਕ ਆਪਣੀ ਜੀਨੀਅਸ ਦੇ ਐਨੇ ਦੇ ਵਿੱਚੋਂ ਬਹੁਤ ਆਥੈਂਟਿਕ ਗੱਲ ਕਰਦੀ ਆ। ਪਰ ਅੱਗੇ ਤੋਂ ਅੱਗੇ ਬਹੁਤ ਜੀਨੀਅਸ ਆਉਂਦੇ ਨੇ, ਉਹ ਆਪਣੀ ਆਪਣੀ ਤਰ੍ਹਾਂ ਦੱਸਦੇ ਨੇ। ਅੰਮ੍ਰਿਤ ਦੇ ਉੱਤੇ, ਸਾਡੇ ਇਸ ਧਰਮ ਦੇ ਵਿੱਚ, ਸਿੱਖ ਧਰਮ ਦੇ ਉੱਤੇ, ਜਿਹੜਾ ਇਹਦਾ ਅਧਿਆਤਮਕ ਰਹੱਸ ਹੈ, ਇਹਦਾ ਜਿਹੜਾ ਮੈਟਾਫਿਜ਼ੀਕਲ ਓਕਲਟਿਜ਼ਮ ਆ, ਉਹਦੇ ਉੱਤੇ ਤਸੱਲੀ ਬਖਸ਼ ਜਿਹੜੀ ਗੱਲ ਆ, ਉਹ ਜਾਂ ਪਹਿਲਾਂ ਪੂਰਨ ਸਿੰਘ ਨੇ ਕੀਤੀ ਆ। ਬਹੁਤਾ ਤਾਂ ਮੈਂ ਉਹਨਾਂ ਤੋਂ ਹੀ ਸਿੱਖਿਆ, ਕਿਉਂਕਿ ਮੈਂ ਪਹਿਲਾਂ PhD ਉਹਨਾਂ ਤੇ ਕੀਤੀ ਸੀ। ਹਰਿੰਦਰ ਸਿੰਘ ਦੀਆਂ ਉਦੋਂ ਇੰਨੀਆਂ ਕਿਤਾਬਾਂ ਵੀ ਸਾਹਮਣੇ ਨਹੀਂ ਸੀ ਆਈਆਂ, ਅਧਿਐਨ ਦਾ ਹਿੱਸਾ ਵੀ ਨਹੀਂ ਸੀ ਬਣਿਆ। ਤੇ ਹਰਿੰਦਰ ਸਿੰਘ ਮਹਿਬੂਬ ਨੇ ਅੰਮ੍ਰਿਤ ਦੇ ਬਾਰੇ ਸਪੈਸ਼ਲ 13 ਭਾਗਾਂ ਦੇ ਵਿੱਚ ਆਪਣੇ ਐਪਕ ਦੇ ਵਿੱਚ ਦੱਸਿਆ। ਭਾਵੇਂ ਉਹਦੀ ਹਰੇਕ ਕਿਤਾਬ ਦੇ ਵਿੱਚ ਅੰਮ੍ਰਿਤ ਦਾ ਜ਼ਿਕਰ ਹੁੰਦਾ, ਅਨੇਕ ਤਰ੍ਹਾਂ ਦੇ ਨਾਲ, ਜਿਹੋ ਜਿਹਾ ਪ੍ਰਸੰਗ ਉਹੇ ਜਿਹੇ ਰੂਪ ਚ ਆਉਂਦਾ। ਇਹ ਨਹੀਂ ਕਿ ਰਿਪੀਟ ਹੋਈ ਜਾਂਦਾ, ਰਿਪੀਟ ਕਿਤੇ ਨਹੀਂ ਹੁੰਦਾ। ਇਹਦੇ ਚ ਇੰਨੀ ਵੈਰਾਈਟੀ ਆ, ਇਹਦੇ ਚ ਇੰਨੇ ਕੱਥ ਮੀਨਿੰਗਸ ਨੇ, ਪਰ ਹਰ ਕਿਤਾਬ ਦੇ ਵਿੱਚ ਇਹ ਵੱਖਰੇ ਵੱਖਰੇ ਪ੍ਰਸੰਗ ਚ ਆਇਆ। ਪਰ ਇੱਥੇ ਵੱਜਵੇਂ ਰੂਪ ਦੇ ਵਿੱਚ, ਤਾਂ ਕਿ ਅਸੀਂ ਥੋੜੇ ਬਾੜੇ ਆਪਣੇ ਅਨੁਭਵ ਦੇ ਵਿੱਚ ਇਹਦੇ ਅਰਥ ਲਿਆ ਸਕੀਏ, ਐਡੀ ਬੜੀ ਦਾਤ ਦੇ। ਸਾਡਾ ਇਹਦੇ ਵਿੱਚ ਇੱਕ ਯਤਨ ਹੀ ਆ। ਅਸੀਂ ਪਹਿਲਾਂ ਇੱਕ ਯਤਨ ਕੀਤਾ, ਦੂਜੀ YouTube ਆ ਜਿਹੜੀ ਇਹਦੇ ਉੱਤੇ, ਉਹ ਹਾਲੇ ਉਹਦਾ ਪਹਿਲਾ ਹਿੱਸਾ ਹੀ ਆ, ਉਹਦੇ ਵਿੱਚ ਅਸੀਂ ਅੰਮ੍ਰਿਤ ਨਹੀਂ ਸੀ ਛੋਇਆ। ਅੱਜ ਅਸੀਂ ਅੰਮ੍ਰਿਤ ਦੀ ਗੱਲ ਕਰਦੇ ਹਾਂ। ਤੇ ਤੁਸੀਂ, ਮੈਂ ਪਹਿਲਾਂ ਵੀ ਬੇਨਤੀ ਕੀਤੀ ਆ, ਕਈ ਵਾਰੀ ਵੱਧ ਘੱਟ ਲਫ਼ਜ਼ ਵੀ ਬੋਲੇ ਜਾਂਦੇ ਨੇ, ਆਦਮੀ ਤੋਂ ਬਹੁਤ ਮੂਰਖਤਾਵਾਂ, ਗਲਤੀਆਂ ਹੋ ਜਾਂਦੀਆਂ ਨੇ, ਉਹ ਮੈਂ ਉਹਦੀ ਕਿਸੇ ਦਾ ਦਿਲ ਦੁਖਾਇਆ, ਮਾਫੀ ਮੰਗਦਾ। ਪਹਿਲੀਆਂ ਗੱਲਾਂ 'ਚ ਵੀ, ਆਉਣ ਵਾਲੀਆਂ ਗੱਲਾਂ 'ਚ ਵੀ ਮੈਨੂੰ ਮਾਫ ਕਰਿਓ। ਮੈਂ ਤਾਂ ਸਿਰਫ ਇਹ ਚਾਹੁੰਦਾ ਵੀ ਸਾਡੀ ਆਉਣ ਵਾਲੀ ਜੋ ਪੀੜ੍ਹੀ ਹੈ, ਸਾਡੇ ਵਿਦਿਆਰਥੀ, ਉਹ ਵੱਧ ਤੋਂ ਵੱਧ ਪੜ੍ਹਾਈ ਕਰਨ, ਉਹ ਸਾਤੋਂ ਅਗਲਾ ਕੰਮ ਕਰਨ,
ਜਿਹੜਾ ਸਾਤੋਂ ਰਹਿ ਗਿਆ, ਜਿਹੜਾ ਸਾਤੋਂ ਨਹੀਂ ਛੋਇਆ ਗਿਆ। ਤੇ ਇਹੀ ਸਾਡਾ ਯਤਨ ਆ। ਅਸੀਂ ਥੋੜੇ ਬਾਲੇ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਅਰਥ ਬਹੁਤ ਦੂਰ ਤੱਕ ਨੇ। ਜੀਨੀਅਸ ਦੇ ਕੁੱਲ ਜੋ ਉਹਦੀ ਵਾਸਟਨੈਸ ਆ, ਵਿਸ਼ਾਲਤਾ, ਜੋ ਉਹਦੀ ਗਹਿਰਾਈ ਆ, ਸਪੇਸ ਟਾਈਮ ਤੱਕ ਉਹ ਕਿਵੇਂ ਜਾਂਦਾ ਹੈ, ਜ਼ਿੰਦਗੀ ਦੇ ਵਿੱਚ ਉਹ ਕਿਵੇਂ ਧਰਮਾਂ 'ਚ ਗੁਜ਼ਰਦਾ, ਉਹ ਸਾਰੇ ਕਾਸੇ ਨਾਲ ਇਹਦਾ ਸੰਬੰਧ ਆ। ਪਰ ਅਸੀਂ ਥੋੜੇ ਜਿਹੇ ਸੰਕੇਤਕ ਅਰਥਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਪਾਠਕ ਆ ਜਿਹੜਾ ਇਸ ਧਰਤੀ ਦੀ ਸਭ ਤੋਂ ਅਮੁੱਲ, ਸਭ ਤੋਂ ਵੱਡੀ ਦਾਤ ਬਾਰੇ ਕੋਈ ਆਪਣਾ ਅੰਦਾਜ਼ਾ ਲਾ ਸਕੇ। ਉਹਦੇ ਮਨ 'ਚ ਇਹਦੀ ਮਹਾਨਤਾ ਜਿਹੜੀ ਉਹ ਹੋਰ ਕੁਝ ਨਾ ਕੁਝ ਵੱਧ ਸਕੇ, ਉਹਦੇ ਅੰਦਰ ਇਹਨੂੰ ਅੱਗੇ ਹੋਰ ਜਾਣਨ ਦਾ ਚਾਅ ਪੈਦਾ ਹੋਵੇ। ਸਾਡੀ ਇਹੀ ਭਾਵਨਾ ਹੈ। ਹਾਂਜੀ, ਇਹ ਹੈਗਾ, ਇਹਦਾ ਸਿਰਲੇਖ ਬੋਲ ਹੀ ਦਿੱਤਾ ਗੁਰਦੀਪ ਸਿੰਘ ਜੀ ਨੇ। ਪੰਜਾਂ ਪਿਆਰਿਆਂ ਦੀ ਸਾਜਣਾ ਅਤੇ ਅੰਮ੍ਰਿਤ ਦਾਤ ਦਾ ਰਹੱਸ। ਕਿ ਪੰਜ ਪਿਆਰੇ ਜਦੋਂ ਸਾਜੇ ਗਏ, ਉਹ ਸਾਜਣਾ ਕਿਵੇਂ ਹੋਈ ਅਤੇ ਇਸ ਬਖਸ਼ਿਸ਼ ਦੇ ਭੇਦ ਕੀ ਨੇ, ਇਹਦੀ ਮਿਸਟੀ ਕੀ ਆ, ਇਹਦਾ ਦੂਜੇ ਧਰਮਾਂ ਨਾਲ, ਜ਼ਿੰਦਗੀ ਨਾਲ, ਧਰਮਾਂ ਦੀਆਂ ਟ੍ਰੈਡੀਸ਼ਨਸ, ਵਰਲਡ ਦੀਆਂ ਟ੍ਰੈਡੀਸ਼ਨਸ, ਸਪੇਸ ਦੇ ਨਾਲ, ਟਾਈਮ ਦੇ ਨਾਲ ਕੀ ਸੰਬੰਧ ਆ, ਉਹ ਅਸੀਂ ਥੋੜਾ ਬਾਲਾ ਇਹਨਾਂ ਸਤਰਾਂ ਦੇ ਵਿੱਚੋਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਸ਼ੁਰੂ ਕਰਦਾ। ਅੰਮ੍ਰਿਤ ਬਾਟਾ ਮੂਕ ਜਪੇ ਅਜਾਪ ਨੂੰ। ਹੁਣ ਅੰਮ੍ਰਿਤ ਦਾ ਜਿਹੜਾ ਬਾਟਾ, ਆਕਾਰ ਵਿੱਚ ਤੇ ਉਹ ਇੱਕ ਭਾਂਡਾ ਛੋਟਾ ਜਿਹਾ, ਪਰ ਜਦੋਂ ਉਹ ਕਿਸੇ ਇਲਾਹੀ ਦਾਤ ਦੀ ਨਿਸ਼ਾਨੀ ਬਣ ਗਿਆ ਅੰਮ੍ਰਿਤ, ਉਹ ਫਿਰ ਵਰਲਡ ਦੀ ਭਾਂਡਾ ਨਾ ਰਿਹਾ। ਜਿਵੇਂ ਕਿਰਪਾਨ, ਇਹ ਦੁਨੀਆਦਾਰ ਕਿਰਪਾਨ ਨਹੀਂ ਰਹੀ, ਇਹ ਤੇ ਗੁਰੂ ਦੀ ਦਾਤ ਬਣ ਗਈ। ਇਸੇ ਤਰ੍ਹਾਂ ਅੰਮ੍ਰਿਤ ਦਾ ਜਿਹੜਾ ਬਾਟਾ, ਇਹ ਉਹ ਚੁਣੀ ਹੋਈ ਚੀਜ਼ ਆ, ਜਿਹੜੀ ਉਸ ਫੈਸਲੇ ਚੋਂ ਹੀ ਚੁਣੀ ਗਈ, ਜਿੱਥੋਂ ਅੰਮ੍ਰਿਤ ਆਇਆ, ਜਿੱਥੋਂ ਗੁਰੂ ਆਏ, ਜਿੱਥੋਂ ਖਾਲਸਾ ਆਇਆ, ਜਿੱਥੋਂ ਖਾਲਸਾ ਸਾਜਿਆ ਗਿਆ, ਉਹਦੇ ਵਿੱਚੋਂ ਹੀ ਇਹ ਬਾਟਾ, ਅੰਮ੍ਰਿਤ ਦਾ ਬਾਟਾ ਜਿਹੜਾ, ਉਹ ਹੋਂਦ ਦੇ ਵਿੱਚ ਆਇਆ। ਧਰਤੀ ਧਰਮਸਾਲ ਆ, ਧਰਤੀ ਧਰਮਸਾਲ ਬਣ ਗਈ, ਪਰ ਅੰਮ੍ਰਿਤ ਜਿਹੜੀ ਦਾਤ ਸੰਭਾਲੀ ਹੋਈ ਆ, ਉਹ ਆਮ ਅਰਥਾਂ 'ਚ ਨਹੀਂ ਲੈ ਸਕਦੇ। ਮੈਂ ਡਿਸਕਵਰੀ ਆਫ ਇੰਡੀਆ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਅੰਮ੍ਰਿਤ ਬਾਰੇ ਪੜ੍ਹਿਆ। ਉਹਨਾਂ ਕੋਲੇ ਕਿਹੜਾ ਇਹਦਾ ਅਨੁਭਵ ਆ, ਅਨੁਭਵ ਤਾਂ ਉਹਨਾਂ ਦੀ ਡਿਸਕਵਰੀ ਆਫ ਇੰਡੀਆ ਤੁਸੀਂ ਪੜ੍ਹ ਲਓ। ਉਹਨਾਂ ਕੋਲੇ ਕਿਸੇ ਵੀ ਪੈਗੰਬਰ ਦਾ ਅਨੁਭਵ ਨਹੀਂ। ਅੰਗਰੇਜ਼ੀ ਉਹਨਾਂ ਦੀ ਬੜੀ ਵਧੀਆ ਲਿਖਦੇ ਨੇ, ਵਧੀਆ ਵੀ, ਓਪਰੇਟੀ 'ਚ ਵੀ ਆ। ਕਿਸੇ ਵੀ ਪ੍ਰੋਫਿਟ ਦਾ ਅਨੁਭਵ ਉਹਨਾਂ ਕੋਲੇ ਨਹੀਂ। ਉਹ ਜਦੋਂ ਅੰਮ੍ਰਿਤ ਦੀ ਗੱਲ ਕਰਦੇ ਨੇ, ਉਹ ਐਂ ਗੱਲ ਕਰਦੇ ਨੇ ਜਿਵੇਂ ਘਰ 'ਚ ਕਿਸੇ 'ਚ ਸ਼ਰਦਾਈ ਰਗੜੀ ਦੀ ਆ। ਐ ਕੁੰਡਾ ਪਿਆ, ਛੋਟਾ ਘਮਾਇਆ ਜਾਂਦਾ ਹੈ। ਜਦੋਂ ਉਹ ਇਲਾਹੀ ਅਨੁਭਵ ਨਹੀਂ ਨਾਲ, ਉਦੋਂ ਅਸੀਂ ਜਦੋਂ ਇਹਨੂੰ ਦੱਸਦੇ ਹਾਂ, ਇੱਕ ਸੰਸਾਰਿਕ ਚੀਜ਼ ਰਹਿ ਜਾਂਦੀ ਹੈ। ਸੰਸਾਰ ਕੀ ਇਹਦੇ ਅਰਥ ਬਣ ਜਾਂਦੇ। ਹਾਂਜੀ। ਅੰਮ੍ਰਿਤ ਬਾਟਾ ਮੂਕ, ਅੰਮ੍ਰਿਤ ਦਾ ਜੋ ਬਾਟਾ ਜਿਹਦੇ ਵਿੱਚ ਅੰਮ੍ਰਿਤ ਦੀ ਦਾਤ ਆਈ, ਉਹ ਚੁੱਪ, ਸਾਇਲੈਂਟ। ਉਹ ਸਾਇਲੈਂਸ ਦੇ ਵਿੱਚ ਉਹਨੇ ਸਾਰੇ ਬ੍ਰਹਿਮੰਡ ਦੀ ਦਾਤ ਨੂੰ ਸੰਭਾਲਿਆ, ਜਿਹਨੇ ਅੰਮ੍ਰਿਤ ਦੇ ਰੂਪ ਵਿੱਚ ਵਰਤਾਇਆ ਜਾ। ਇਸ ਕਰਕੇ ਉਹ ਮੁੱਲ ਹੈ। ਇਹ ਭਾਂਡਾ ਵੀ ਮੁੱਲ, ਅੰਮ੍ਰਿਤ ਛਕਣ ਵਾਲੇ ਵੀ ਮੁੱਲ, ਅੰਮ੍ਰਿਤ ਛਕਾਉਣ ਵਾਲਾ ਵੀ ਅਮੁੱਲ, ਕਿਉਂਕਿ ਉਹ ਮੁੱਲ ਦੇ ਵਿੱਚ ਆ ਗਏ। ਉਹਨਾਂ ਨੂੰ ਮੁੱਲ ਦੀ ਦਾਤ ਪ੍ਰਾਪਤ ਹੋ ਗਈ।
ਅੰਮ੍ਰਿਤ ਬਾਟਾ ਮੂਖ ਜਪੇ ਅਜਾਪ ਨੂੰ। ਅਜਾਪ ਕਿਹੜਾ? ਉਹ ਪ੍ਰੇਰ ਜਿਹੜੀ ਪਹਿਲਾਂ ਅਨੁਭਵ ਚ ਨਹੀਂ ਆਈ। ਅਸ਼ੋਰ ਅਨੁਭਵ ਏਕਤਾ ਗੁਰਬਾਣੀ ਜਪਜੀ ਚਾਹੁੰਦਾ, ਜਿਹੜਾ ਹਰਿੰਦਰ ਨੇ ਲਿਖਿਆ, ਉਹਦੇ ਵਿੱਚ ਜੋ ਅਸ਼ੋਰ ਅਨੁਭਵ ਏਕਤਾ, ਉਹ ਅਨੰਤ ਅਸ਼ੋਰ ਏਕਤਾ, ਉਹ ਅਨੰਤ ਅਸ਼ੋਰ ਏਕਤਾ ਜਿਹੜੀ ਉਹ ਕੀਰਤਨ ਚ ਵੀ ਆ ਸਕਦੀ ਹੈ, ਉਹ ਸਾਇਲੈਂਸ ਚ ਵੀ ਆ ਸਕਦੀ ਹੈ, ਉਹ ਕਿਸੇ ਹੋਰ ਗੰਭੀਰ ਮਾਇਨੇ ਚ ਵੀ ਆ ਸਕਦੀ ਹੈ, ਪਰ ਉਹ ਅਨੰਤ ਹੀ ਹੈ। ਸਾਇਲੈਂਸ ਦੇ ਵਿੱਚ ਉਹ ਭੇਦ ਜ਼ਾਹਰ ਕਰਦੀ ਹੈ ਜਿੱਥੇ ਕਿਸੇ ਸਾਜ਼ ਦੀ, ਸੁਰ ਦੀ, ਜ਼ੁਬਾਨ ਦੀ ਲੋੜ ਨਹੀਂ। ਕਿਤੇ ਜ਼ੁਬਾਨ ਦੀ ਲੋੜ ਪੈਂਦੀ ਹੈ, ਕਿਤੇ ਸਾਜ਼ ਦੀ ਲੋੜ ਪੈਂਦੀ ਹੈ, ਕਿਤੇ ਕਿਸੇ ਫਕੀਰ ਦੀ ਅਦਾ ਦੀ ਲੋੜ ਪੈਂਦੀ ਹੈ। ਅਨੇਕ ਤਰ੍ਹਾਂ ਨਾਲ ਉਹ ਜਿਹੜੀ ਬਖਸ਼ਿਸ਼ ਹੈ, ਉਹ ਅਨੇਕਾਂ ਤਰ੍ਹਾਂ ਦੇ ਨਾਲ ਸਾਡੇ ਤੇ ਇੱਕ ਦਾਤ ਬਣ ਕੇ ਆਉਂਦੀ ਹੈ। ਅੰਮ੍ਰਿਤ ਬਾਟਾ ਮੂਕ ਜਪੇ ਅਜਾਪ ਨੂੰ। ਉਹ ਪ੍ਰੇਰ ਜਿਹੜੀ ਗੁਰੂ ਨਾਨਕ ਤੋਂ ਪਹਿਲਾਂ ਬੰਦੇ ਦਾ ਜਾਪ ਨਹੀਂ ਬਣੀ। ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਬਾਲਾ ਇਹਦੇ ਵਿੱਚ ਦੱਸਣ ਦੀ ਕਿ ਅਜਾਪ ਜਾਪ ਕਿਵੇਂ ਬਣਿਆ, ਉਹ ਚੀਜ਼ ਪ੍ਰੇਰ ਚ ਕਿਵੇਂ ਆਈ ਜਿਹੜੀ ਇਹਦੇ ਛੋਈ ਹੋਈ ਨਹੀਂ ਸੀ ਗਈ। ਜਪੇ ਅਜਾਪ ਨੂੰ। ਗੁਰੂ ਨਾਨਕ ਸਾਹਿਬ ਦੀਆਂ 4 ਉਦਾਸੀਆਂ, ਇੱਥੋਂ ਹੀ ਪਤਾ ਲੱਗਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਧਰਮ। ਉਹ ਉਦਾਸੀਆਂ ਤੇ ਕਿਤੋਂ ਸੁਣਿਆ ਕਿ ਗੁਰੂ ਜਾਂਦਾ ਜਾਂਦਾ ਰਾਹ ਰੋਕ ਲਿਆ, ਰਸਤੇ ਨੂੰ ਉਹ ਮੁੜਿਆ ਆ। ਉਹ ਤਾਂ ਇੱਕ ਮੋਹਨ ਸਿੰਘ ਦੀ ਕਵਿਤਾ ਸੀਗੀ, ਸਾਗਰਾਂ ਨੇ ਰਾਹ ਦਿੱਤੇ, ਮੱਛਾਂ ਨੇ ਸਵਾਰੀਆਂ। ਉਹ ਭੈਣ ਨਾਨਕੀ ਦਾ ਗੀਤ ਸੀ, ਬਹੁਤ ਕਮਾਲ ਦਾ, ਉਹਦੀ ਛੋਟੀ ਜਿਹੀ ਕਵਿਤਾ ਦੇ ਵਿੱਚ। ਜਾਂ ਉਹਦੀ ਹੋਰ ਵੀ ਕਵਿਤਾ ਇੱਕ ਗੀਤ ਸੀਗਾ, ਲੱਸੇ ਨੀ ਇਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨਹੀਂ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਇਹ ਵੀ ਗੁਰੂ ਨਾਨਕ ਹੀ ਆ। ਆਰਤੀ ਤੋਂ ਲੈ ਕੇ ਪੈਗੰਬਰਾਂ ਤੱਕ ਹਰ ਚੀਜ਼ ਦੀ ਬੇਮਿਸਾਲ ਜੋ ਪ੍ਰਾਪਤੀ ਹੈ ਉਹ ਗੁਰੂ ਦੇ ਨਾਲ। ਗੁਰੂ ਉਹਦੇ ਨਾਲ ਆਖਰੀ ਨਿਆਂ ਕਰਨ ਨਹੀਂ ਗਿਆ, ਦੁਨੀਆ ਚ ਕਿਸੇ ਤੇ ਮਿਹਰ ਕਰਨ ਵੀ ਨਹੀਂ ਗਿਆ। ਆਦਮੀ ਨੂੰ ਉਹ ਆਜ਼ਾਦੀ ਦੇਣ ਗਿਆ ਜਿਹੜੀ ਕਿਤੇ ਨਹੀਂ ਸੀ ਪਹਿਲਾਂ। ਆਦਮੀ ਨੂੰ ਉਹ ਖੁਰਾਕ ਦੇਣ ਗਿਆ ਲੰਗਰ ਦੇ ਰੂਪ ਦੇ ਵਿੱਚ, ਅੰਮ੍ਰਿਤ ਦੀ ਦਾਤ ਦੇ ਵਿੱਚ, ਜਿਹੜੀ ਪਹਿਲਾਂ ਨਹੀਂ ਸੀ। ਆਦਮੀ ਨੂੰ ਉਹ ਰੂਪ ਦੇਣ ਗਿਆ ਆਖਰੀ ਧਰਤੀ ਦਾ, ਜਿਹਦਾ ਪਹਿਲਾਂ ਕੋਈ ਮੁਕਾਬਲਾ ਨਹੀਂ, ਜਿਹਦਾ ਕੋਈ ਬਦਲ ਨਹੀਂ ਅਜੇ ਤੱਕ। ਅੰਮ੍ਰਿਤ ਬਾਟਾ ਮੂਕ ਜਪੇ ਅਜਾਪ ਨੂੰ। ਹੁਣ ਜੇ ਸਾਡੇ ਨਾਲ ਪ੍ਰੇਰਨਾ ਹੀ ਨਾ ਹੋਵੇ, ਫਿਰ ਇਹ ਕਾਮ ਭਾਂਡਾ ਜੈ ਜੀ ਪ੍ਰਾਤ ਆ ਜਾਏ। ਜਿਵੇਂ ਪੂਰਨ ਸਿੰਘ ਕਹਿੰਦਾ, ਵਿਦ ਇੰਸਪੀਰੇਸ਼ਨ ਆਲ ਇਜ਼ ਟਰੂ। ਜਦੋਂ ਉੱਥੇ ਤੱਕ ਪ੍ਰੇਰਨਾ, ਤੁਸੀਂ ਪ੍ਰੇਰਿਤ ਹੋ, ਇੰਸਪਾਇਰਡ ਹੋ, ਤਾਂ ਗੁਰੂ ਨਾਨਕ ਦਾ ਸੱਚ ਹੀ ਸੱਚ ਹੈ। ਵਿਦਾਊਟ ਇੰਸਪੀਰੇਸ਼ਨ ਨਥਿੰਗ ਇਜ਼ ਟਰੂ। ਸੁਸਤੀ ਜੀ, ਆਲਸ ਜੇ ਚ ਅੰਮ੍ਰਿਤ ਛਕਾ ਦੋ, ਉਹ ਅੰਮ੍ਰਿਤ ਥੋੜਾ। ਅੰਮ੍ਰਿਤ ਤਾਂ ਪ੍ਰਭ ਦਾ ਸਿਮਰਨ ਅੰਦਿਨ ਜਾਗਾ, ਜਾਗਰਤ ਅਵਸਥਾ ਦੀ ਚੀਜ਼ ਹੈ। ਇਹ ਤੇ ਤੁਹਾਨੂੰ ਸੌਣ ਹੀ ਨਹੀਂ ਦਿੰਦੀ, ਨੀਂਦ ਚ ਵੀ ਜਾਗਦੇ ਹੋ। ਕੇਂਦਰ ਮਿਲੇ ਅਨੂਪ ਅਗਮ ਅਲਾਪ। ਅਲਾਪ ਕੇਡੈਂਸ, ਮੈਲੋਡੀ ਦੀ ਸੁਰ ਜਦੋਂ ਅਲਾਪ ਲੈਨੇ ਆ ਅਸੀਂ, ਅਲਾਪ ਵੀ ਕੇਂਦਰ ਮਿਲੇ ਅਨੂਪ। ਕਿੱਥੇ? ਬਾਟੇ ਚ। ਬਾਟਾ ਉਹ ਮਿਊਜ਼ਿਕ ਦਾ ਸੈਂਟਰ ਆ, ਜਿਹਦੇ ਚ ਅਗਮ ਤੋਂ ਹੀ ਪ੍ਰੇਰ ਆਈ, ਅਗਮ ਤੋਂ ਹੀ ਅਲਾਪ, ਕੀਰਤਨ, ਸੰਗੀਤ ਆਇਆ, ਰਾਗ ਆਏ। ਅਗਮ ਜੋ ਆਏ, ਜੇ ਧਰਤੀ ਦੀ ਚੀਜ਼ ਆਈ, ਅਗਮ ਦੇ ਸਫ਼ਰ ਚੋਂ ਆ ਕੇ ਉਹ ਪ੍ਰਾਪਤ ਹੋਈ।
ਉਹ ਬਾਟੇ ਦੇ ਕਾਬਲ ਅਗੰਮ ਤੋਂ ਪਹੁੰਚ ਕੇ ਹੋਈ। ਇਹ ਉਹਦਾ ਸੈਂਟਰ ਆ, ਉਹਦਾ ਕੇਂਦਰ ਆ। ਅੰਮ੍ਰਿਤ ਦਾ ਸੈਂਟਰ ਬਹੁਤ ਬਿਊਟੀਫੁਲ ਹੁੰਦਾ ਹੈ। ਇਹ ਕੋਈ ਐਨੀ, ਇਹਦੀ ਸ਼ਕਲ ਵੀ ਬਹੁਤ ਸੋਹਣੀ ਬਣੀ ਹੁੰਦੀ ਹੈ ਜਦੋਂ ਅੰਮ੍ਰਿਤ ਛਕਦੇ ਹੋ। ਇਹਦੀ ਜਿਹੜੀ ਗੁਲਾਈ ਆ ਉਹ ਕਿਸੇ ਉਹ ਸੋਚ ਦੇ ਵਿੱਚ ਉਦੋਂ ਤੋਂ ਹੀ ਚੱਲੀ ਆ ਰਹੀ ਹੈ, ਟ੍ਰੈਡੀਸ਼ਨ ਦੇ ਵਿੱਚ ਹੀ। ਕੇਂਦਰ ਮਿਲੇ ਅਨੂਪ, ਅਨੂਪ ਵਿਲੱਖਣ ਕਿਸਮ ਦੇ ਨਿਆਰੇ ਕੁਲੀਅਰ ਜਿਹਨੂੰ ਕਹਿੰਦੇ ਆ, ਬਿਲਕੁਲ ਹੀ ਜਿਹੜੇ ਪਹਿਲਾਂ ਕਿਤੇ ਮਿਲਦੇ ਜੁਲਦੇ ਹੀ ਨਹੀਂ। ਉਹ ਜਿਹੜਾ ਬਾਟਾ ਉਹ ਸੈਂਟਰ ਉਹਨੂੰ ਪ੍ਰਾਪਤ। ਸੈਂਟਰ ਜੇਟਸ ਦੀ ਕਵਿਤਾ ਚ ਵੀ ਆਉਂਦਾ, ਸੈਂਟਰ ਇਹਦੇ ਚ ਵੀ ਆਉਂਦਾ, ਆਪਣਾ ਫਿਰ ਜਪ ਸ਼ੂਨ ਚ ਵੀ ਸੈਂਟਰ ਬਥੇਰਿਆਂ ਚ ਆਉਂਦਾ। ਗੁਰੂ ਦਾ, ਗੁਰੂ ਨਾਨਕ ਦਾ, ਪੈਗੰਬਰਾਂ ਦੇ ਸੰਦਰਭ ਦੇ ਵਿੱਚ ਜਿਹੜਾ ਸੈਂਟਰ ਛੋਇਆ, ਜਿਹੜਾ ਕੇਂਦਰ ਉਹਨੇ ਨਿਸ਼ਚਿਤ ਕੀਤਾ ਅੰਮ੍ਰਿਤ ਦੇ ਬਾਟੇ ਦੇ ਵਿੱਚ, ਸਾਰੇ ਬ੍ਰਾਹਮਣ ਦੀਆਂ ਬਖਸ਼ਿਸ਼ਾਂ ਉਹਦੇ ਤੇ ਚੁੱਕ ਗਈਆਂ। ਹਰ ਚੀਜ਼ ਉਹ ਤੋਂ ਦਾਤ ਮੰਗ ਰਹੀ ਹੈ, ਕੋਈ ਚੀਜ਼ ਵੀ ਇਹ ਤੋਂ ਬਾਹਰ ਨਹੀਂ। ਧਰਤੀ ਧਰਮਸ਼ਾਲਾ ਸਾਰੀ ਕੁਦਰਤੀ ਉਸ ਦਾਤ ਦੇ ਵਿੱਚ ਆਪਣੇ ਆਪਣੇ ਰੂਪ ਚ ਗੁਰੂ ਦੀ ਸੰਗਤ ਬਣ ਚੁੱਕੀ ਹੈ, ਸੰਗਤ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਜਿਵੇਂ ਪੂਰਨ ਸਿੰਘ ਦਾ ਮੈਂ ਪੜ੍ਹਦਾ ਸੀ ਕੱਲ ਪਰਸੋਂ, ਮਿਊਜ਼ਿਕ ਆਫ ਦੀ ਸੋਲ, ਸ਼ਾਇਦ ਪਹਿਲਾਂ ਵੀ ਮੈਂ ਬੋਲਿਆ। ਉਹ ਕਹਿੰਦਾ ਬੰਦਾ ਕੁੱਤੇ ਨੂੰ ਇੰਨਾ ਪਿਆਰ ਕਿਉਂ ਕਰਦਾ? ਕਿਉਂਕਿ ਕੁੱਤੇ 'ਚ ਵੀ ਉਹ ਇਨਫਿਨਿਟ ਪਾਵਰ ਆ, ਮੈਨ 'ਚ ਵੀ ਆ। ਉਹਨੂੰ ਐਨੀਮਲ ਰੂਪ 'ਚ ਮਿਲੀ ਆ, ਸਾਨੂੰ ਮਨੁੱਖ ਰੂਪ 'ਚ ਮਿਲੀ ਆ। ਉਹ ਤੇ ਸਾਂਝੀ ਹੈ। ਇਸ ਕਰਕੇ ਇੱਕ ਦੂਜੇ ਦੇ ਲਈ ਸੰਗਤ ਹੈ। ਇਹ ਵੱਡੀ ਸੰਗਤ ਆ, ਜਿੱਥੇ ਤੱਕ ਮਰਜ਼ੀ ਲੈ ਜਾਓ। ਹਾਥੀਆਂ, ਸ਼ੇਰਾਂ, ਪਰਿੰਦਿਆਂ, ਜੋ ਕੁਝ ਵੀ ਜੀਵ ਨੇ ਜਾਂ ਕੁਦਰਤੀਆਂ ਦਿਸਦੀਆਂ ਅਣਦਿਸਦੀਆਂ ਚੀਜ਼ਾਂ, ਸੋਲਿਡ ਨੇ, ਸੂਖਮ ਨੇ, ਦਰਬ ਨੇ, ਜੋ ਵੀ ਹੈ, ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਸੰਗਤ ਦੇ ਵਿੱਚ ਸ਼ਾਮਲ ਨੇ। ਇਹ ਗੁਰੂ ਦੀ ਸੰਗਤ ਆ। ਜਪਜੀ ਜੀ ਧਿਆਨ ਨਾਲ ਪੜੋ ਕਿ ਧਰਤੀ ਦਾ ਗੁਰੂ ਨੂੰ ਕਿੰਨਾ ਖਿਆਲ। ਇਹ ਰੂਹਾਨੀਅਤ ਦਾ ਘਰ ਆ, ਪਾਣੀ ਦਾ। ਪਵਨ ਗੁਰੂ ਪਾਣੀ ਪਿਤਾ, ਜੇ ਇਹਨਾਂ ਦਾ ਰੁਤਬਾ ਹੀ ਐਡਾ, ਧਰਤੀ ਤੇ ਬਿਰਾਨੀ ਕਿਵੇਂ ਆ ਜੂਗੀ? ਇਹ ਤਾਂ ਬਿਰਾਨੀ ਸਿੱਖੀ ਦੇ ਬੈਰੀਆਂ ਨੇ ਲਿਆਂਦੀ ਆ। ਸਿੱਖੀ ਦਾ ਬੈਰੀ ਕਿਤੇ ਇੱਕ ਆ, ਜਿੱਥੇ ਮਰਜ਼ੀ ਦੇਖ ਲਓ ਹਰੇਕ ਹੀ ਉੱਠ ਖੜਦਾ, ਜਿਹਨੂੰ ਮਰਜ਼ੀ ਦੇਖ ਲਓ। ਬੰਦੇ ਨੂੰ ਹਰ ਤਰ੍ਹਾਂ ਦੀ ਭੁੱਖ ਆ, ਪਰ ਉਸ ਭੁੱਖ ਨੂੰ ਪੂਰੀ ਕਰਨ ਦੇ ਲਈ, ਉਹਦੇ ਯੋਗ ਹੋਣ ਦੇ ਲਈ ਜਿੰਨੀ ਮਿਹਨਤ ਆ ਸਾਤੋਂ ਕਿਸੇ ਤੋਂ ਵੀ ਨਹੀਂ ਹੁੰਦੀ ਹੈਗੀ। ਕੇਂਦਰ ਮਿਲੇ ਅਨੂਪ ਅਗੰਮ ਆਲਾਪ ਨੂੰ, ਕਿਹੜਾ ਆਲਾਪ ਅਨਅਪਰੋਚੇਬਲ, ਜਿੱਥੇ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ। ਉਹ ਆਲਾਪ ਉੱਥੋਂ ਆਇਆ। ਕਿੱਥੋਂ ਆਇਆ? ਅਗੰਮ ਦੇ ਵਿੱਚੋਂ। ਅੱਗੇ ਦੇਖੋ, ਤਾਰੀਖਾਂ ਦੇ ਤਾਲ ਨਾਲ ਪੈਗੰਬਰਾਂ, ਇਹ ਪੰਜ ਪਿਆਰਿਆਂ ਨੇ ਜਦੋਂ ਅੰਮ੍ਰਿਤ ਛਕਿਆ, ਗ੍ਰਹਿਣ ਕਰ ਲਿਆ, ਉਹਨਾਂ ਦੇ ਅੰਦਰ ਪਿਆ ਸਾਰਾ ਕੁਛ। ਇਸੇ ਕਰਕੇ ਉਹਨਾਂ ਨੂੰ ਨਾ ਕਦੇ ਧੋਖਾ ਲੱਗਿਆ, ਨਾ ਕਦੇ ਡੋਲੇ। ਜਿੱਥੇ ਗੁਰੂ ਨੇ ਜੋ ਉਹਨਾਂ ਨੂੰ ਹੁਕਮ ਕੀਤਾ, ਜਿੱਥੇ ਗੁਰੂ ਬਣਾਇਆ, ਕਲਗੀ ਦਿੱਤੀ, ਕਲਗੀ ਸੰਭਾਲ ਕੇ ਉਹਨੇ ਪੇਸ਼ ਕਰਤੀ। ਸੰਗਤ ਦੇ ਰੂਪ ਚ ਹੁਕਮ ਕੀਤਾ, ਸੰਗਤ ਦੇ ਰੂਪ ਚ ਹਾਜ਼ਰ। ਪੰਜਾਂ ਪਿਆਰਿਆਂ ਦੇ ਰੂਪ ਚ ਕੀਤਾ, ਉਵੇਂ ਹੀ ਹਾਜ਼ਰ। ਜਦੋਂ ਚਮਕੌਰ ਦੀ ਗੜੀ ਤੋਂ ਅੱਗੇ ਜਾ ਕੇ ਮਿਲਦੇ ਨੇ, ਉਹ ਗੁਰੂ ਉਹਨਾਂ ਨੂੰ ਕਹਿੰਦੇ ਨੇ ਮੈਂ ਇਸ ਪਾਸੇ ਜਾਊਂਗਾ, ਤੁਸੀਂ ਉੱਥੇ ਮੈਨੂੰ ਐ ਮਿਲਣਾ। ਇਹ ਅਕਲ ਦੀਆਂ ਗੱਲਾਂ ਥੋੜਾ ਨੇ। ਆਲ ਸੁਰਤ, the perception of the soul is never wrong, intellectual analysis is never right. ਜਦੋਂ ਅੰਮ੍ਰਿਤ ਛਕਾਉਣਾ ਹੈ ਤੇ ਛਕਣਾ ਹੈ perception of the soul ਦੇ ਵਿੱਚੋਂ ਛਕ। ਇਹ ਨਹੀਂ ਕਿ ਅਸੀਂ ਜਾਗਰਤ ਨਾ ਹੋਈਏ, ਅੰਮ੍ਰਿਤ ਛਕ ਕੇ ਆ ਕੇ ਵੀ ਉਹ ਜੀ ਪਹਿਲਾਂ ਵਰਗੀ ਲੋਕਾਂ ਨੂੰ ਮਤਾਂ ਦੇਈ ਜਾਈਏ, ਆਪਦਾ ਫਿਕਰ ਹੀ ਨਾ ਹੋਵੇ। ਅੰਮ੍ਰਿਤ ਦਾ ਫਿਕਰ ਹੀ ਸਾਨੂੰ ਸ਼ੁਰੂ ਕਰਦਾ ਕਿ ਜਦੋਂ ਅੰਮ੍ਰਿਤ ਛਕ ਲਿਆ, ਇਹਦੇ ਸੰਭਾਲਣ ਦੇ ਵੀ ਕਾਬਿਲ ਹੈਗੇ। ਗੁਰੂ ਨੂੰ ਜਦੋਂ ਗੁਰੂ ਬਣਾਇਆ ਜਾਂਦਾ,
ਉਹ ਗੁਰੂ ਤਰ ਦੇ ਲਈ ਵੀ ਇੱਕ ਤਪੱਸਿਆ ਕਰਦਾ, ਸਾਧਨਾ ਕਰ ਕਿ ਮੈਂ ਇਹਨੂੰ ਸੰਭਾਲਣ ਦੇ ਹੋਰ ਯੋਗ ਹਾਂ। ਅੰਮ੍ਰਿਤ ਛਕ ਕੇ ਅਸੀਂ ਲੋਕਾਂ ਨੂੰ ਹਦਾਇਤਾਂ ਕਰ ਲਈ ਨਹੀਂ ਆਏ, ਇਹਨੂੰ ਨਿਭਾਉਣ ਆਏ ਕਿ ਇਹਦੇ ਨਿਭਾਉਣ ਦੇ ਵਿੱਚੋਂ ਸਾਤੋਂ ਕੋਈ ਜੇ ਬੰਦਾ ਪ੍ਰੇਰਿਤ ਹੋਵੇ, ਉਹ ਨਿਭਾਉਣ ਚੋਂ ਹੋਵੇ। ਇਹ ਨਹੀਂ ਕਿ ਅਸੀਂ ਹਦਾਇਤਾਂ ਕਰੀ ਜਾਈਏ, ਸਿੱਖਿਆ ਦੇਈ ਜਾਈਏ। ਸਿੱਖਿਆ ਤਾਂ ਮਾਂ ਪਿਓ ਹੀ ਬਥੇਰੀ ਦਿੰਦੇ ਨੇ ਘਰਾਂ 'ਚ। ਉਹ ਕਦੇ ਚਾਹੁੰਦੇ ਨੇ ਕਿ ਸਾਡੇ ਬੱਚੇ ਕਿਸੇ ਮਾੜੇ ਪਾਸੇ ਜਾਣ? ਕੋਈ ਮਾਂ ਪਿਓ ਨਹੀਂ ਚਾਹੁੰਦੇ। ਸਿੱਖਿਆ ਹੈ ਦੁਨੀਆਦਾਰ ਨਾਲ ਕੁਛ ਨਹੀਂ ਬਣਦਾ। ਪ੍ਰੇਰਿਤ ਹੋਵੇ ਆਦਮੀ ਤੇ ਉਹਦੇ ਪਿੱਛੇ ਬਖਸ਼ਿਸ਼ ਹੋਵੇ, ਤੇ ਬਖਸ਼ਿਸ਼ ਲੈਣ ਦੇ ਲਈ ਵੀ ਬੰਦਾ ਤਿਆਰ ਹੋਵੇ। ਤੇ ਬਾਣੀ ਜੀ ਨੇ ਸਾਰੀਆਂ ਚੀਜ਼ਾਂ। ਤਾਰੀਖਾਂ ਦੇ ਤਾਲ, ਤਾਰੀਖ ਦਿਸਦੀ ਵੀ ਹੈ, ਅਣਦਿਸਦੀ ਵੀ ਹੈ। ਸਹਿਜੇ ਰਚੋ ਖਾਲਸਾ ਕਿਤਾਬ ਪੜ੍ਹੋ, ਉਹਦੇ ਐਪਕ ਪੜ੍ਹੋ, ਕੁਛ ਵੀ ਪੜ੍ਹੋ। ਇੱਕ ਵਿਜ਼ੀਬਲ ਹਿਸਟਰੀ ਹੈ, ਇੱਕ ਇਨਵਿਜ਼ੀਬਲ ਹਿਸਟਰੀ ਹੈ। ਜਦੋਂ ਜ਼ਫਰਨਾਮਾ ਪੜ੍ਹ ਕੇ ਤੁਸੀਂ ਗੁਰੂ ਦਾ ਇਤਿਹਾਸ ਲਿਖੋਗੇ, ਉਹ ਇਨਵਿਜ਼ੀਬਲ ਹਿਸਟਰੀ ਸੀ ਪਹਿਲਾਂ। ਜ਼ਫਰਨਾਮੇ ਤੋਂ ਬਿਨਾਂ ਕਿੱਥੇ ਪਤਾ ਲੱਗਦੀ ਹੈ? ਬਾਹਰਲੇ ਬੰਦੇ ਨੂੰ ਕੀ ਪਤਾ? ਉਹ ਤਾਂ ਕਹੂਗਾ ਗੁਰੂ ਹਾਰ ਕੇ ਚਲਿਆ ਗਿਆ ਜੀ। ਸੀਗਾ ਵੀ ਇੱਕ ਵਾਰੀ ਉਸ ਪਤਾ ਨਹੀਂ ਅਰੋੜੇ ਦੀ ਹਿਸਟਰੀ ਸੀ, ਉਹਦੇ ਵਿੱਚ ਲਿਖਿਆ ਵੀ ਚਮਕੌਰ ਦੀ ਗੜੀ 'ਚ ਕਹਿੰਦਾ ਗੁਰੂ ਨੂੰ ਮੂੰਹ ਦੀ ਖਾਣੀ ਪਈ। ਇਹ ਜਿਹੇ ਹਿਸਟੋਰੀਅਨ ਨੇ ਜਿਹੜੇ ਨਾ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ, ਨਾ ਕਦੇ ਸੋਚਿਆ ਹੁੰਦਾ, ਨਾ ਕਦੇ ਧਰਮ ਗ੍ਰੰਥ ਦੇ ਅੱਖਰ ਨੂੰ ਸਮਝਿਆ ਹੁੰਦਾ। ਗੁਰਬਾਣੀ ਦੇ ਅੱਖਰ ਪਾਠ ਕਰਦੇ ਆ, ਸਪੇਸ ਜਿੱਡੀ ਜਿੱਡੀ ਇਹਨਾਂ ਦੇ ਵਿੱਚ ਸਪੇਸ ਆ, ਉੱਤੋਂ ਨਿੱਕੇ ਨਿੱਕੇ ਨੇ। ਇਹਨਾਂ ਦੇ ਵਿੱਚ ਐਡਾ ਰਾਹ ਨੇ, ਇੰਨੀਆਂ ਬਲੈਸਿੰਗਸ ਨੇ, ਇੰਨੇ ਸਫਰ ਨੇ ਇੱਕ ਇੱਕ ਸ਼ਬਦ ਦੇ ਵਿੱਚ। ਬਾਹਰੋਂ ਹੀ ਦੇਖਣ ਨੂੰ ਕਾਲੇ ਨੇ, ਨਿੱਕੇ ਨਿੱਕੇ ਕਾਰ। ਇਹਨਾਂ ਤੇ ਜਦੋਂ ਤੁਸੀਂ ਧਿਆਨ ਧਰੋਗੇ, ਸ਼ਬਦ ਦੀ ਸਪੇਸ ਤੋਂ ਹੀ ਤੁਹਾਨੂੰ ਇੱਕ ਬਹੁਤ ਅਨਸਪੈਰਿੰਗ ਐਕਸਪੀਰੀਅੰਸ ਹੋਊਗਾ। ਇੱਕ ਬਹੁਤ ਬਸਮਾਦਜਨਕ ਵੰਡਰਫੁਲ, ਜਦੋਂ ਗੁਰਬਾਣੀ ਨੂੰ ਪ੍ਰੇਰਿਤ ਹੋ ਕੇ ਪੜ੍ਹਦੇ ਆ। ਤਾਰੀਖਾਂ ਦੇ ਤਾਲ ਨਾਲ ਪੈਗੰਬਰਾਂ, ਤਾਰੀਖ ਦਾ ਰਿਦਮ, ਸੰਗੀਤਕ ਤਾਲ। ਤਾਰੀਖ ਇੱਕ ਰਾਗਮਈ ਤਾਲ ਚ, ਸੱਚੀ ਤਾਰੀਖ। ਉਹਨੂੰ ਸੱਚ ਵੀ ਮਿਲਿਆ, ਉਹਨੂੰ ਰਾਗ ਵੀ ਮਿਲਿਆ, ਅਨਟਚਡ, ਅਨਹਦ ਰਾਗ, ਜਿਹੜਾ ਪਹਿਲਾਂ ਨਹੀਂ ਸੀ ਆਇਆ। ਤਾਰੀਖਾਂ ਦੇ ਤਾਲ ਨਾਲ ਪੈਗੰਬਰਾਂ, ਸਿਰਜਣ ਲਿਵਾ ਕਮਾਲ, ਅੰਦਰ ਅੰਬਰਾਂ। ਜਿਹੜੇ ਤਾਰੀਖ ਆ, ਉਹਦਾ ਜਿਹੜਾ ਰਿਦਮ ਸੰਗੀਤਕ ਤਾਲ ਜੁੜਿਆ, ਨਾਲ ਪੈਗੰਬਰਾਂ ਨੂੰ ਲਿਆ ਹੋਇਆ। ਜਿਵੇਂ ਭਾਈ ਨੰਦ ਲਾਲ ਜੀ ਜਦੋਂ ਗੁਰੂ ਗੋਬਿੰਦ ਸਿੰਘ ਤੇ ਲਿਖਦੇ ਨੇ, ਕਿਵੇਂ ਪੈਗੰਬਰ ਕਤਾਰਾਂ ਬਨ ਬਨ ਕੇ ਆ ਰਹੇ ਨੇ, ਉਹਨਾਂ ਦੀ ਸ਼ਾਨ ਦੇ ਵਿੱਚ ਹਾਜ਼ਰ ਹੋ ਰਹੇ ਨੇ। ਉਹ ਐਡੇ ਫਾਰਸੀ ਸੰਸਕ੍ਰਿਤ ਦੇ ਵਿਦਵਾਨ ਨੇ, ਇੰਨੇ ਖੂਬਸੂਰਤ ਲਫ਼ਜ਼ਾਂ ਤੋਂ ਹੀ ਪਤਾ ਲੱਗਦਾ ਕਿ ਪੈਗੰਬਰ ਨੂੰ ਉਹਨੇ ਕਿੱਥੇ ਟਿਕਾਇਆ ਹੋਇਆ। ਉਹ ਤੇ ਪੈਗੰਬਰ ਤੋਂ ਦੂਰ ਹੀ ਨਹੀਂ ਹੋਇਆ, ਉਹਨੇ ਦੇਖਿਆ ਹੋਇਆ ਸੀ, ਬਸ ਉਹਨਾਂ ਤੇ ਹੀ ਲਿਖਿਆ। ਜਿਵੇਂ ਤੈਨੂੰ ਤੱਕ ਕੇ ਸੋਹਣਿਆ, ਹੋਰ ਕੀ ਹੁਣ ਤੱਕਣਾ। ਤੇਰਾ ਖਿਆਲ ਪੂਰਨ ਸਿੰਘ ਦੀ ਹੈ ਸ਼ਾਇਦ ਲਾਈਨ, ਇਹੀ ਚੀਜ਼ ਆ ਵੈਸੇ। ਇਹ ਭਾਈ ਨੰਦ ਲਾਲ ਹੀ ਆ। ਤਾਰੀਖਾਂ ਦੇ ਤਾਲ ਨਾਲ ਪੈਗੰਬਰਾਂ, ਸਿਰਜਣ ਲਿਵਾ ਕਮਾਲ, ਅੰਦਰ ਅੰਬਰਾਂ। ਅਸਮਾਨਾਂ ਦੇ ਵਿੱਚ ਕੰਟੈਂਪਲੇਸ਼ਨ ਤੇ ਮੈਡੀਟੇਸ਼ਨ ਜਿਹੜੀਆਂ ਅਸੀਂ ਸਾਧਨਾ ਦੇ ਵਿੱਚ ਉੱਚੀ ਬਿਰਤੀ ਚ ਪਾਠ ਕਰਦੇ। ਜਿਵੇਂ ਦੂਜੇ ਗੁਰੂ ਅੰਤਰ ਧਿਆਨੀ ਹੋ ਗਏ ਸੀ, ਬਾਬੇ ਬੁੱਢੇ ਨੇ ਪਰ ਉਹਨਾਂ ਨੂੰ ਲਿਵ ਚ ਹੀ ਲੱਭਿਆ। ਮਾਈ ਸਭਰਾਈ ਦੇ ਘਰੇ ਚਲੇ ਗਏ ਸੀ ਜਦੋਂ ਦੂਜੇ ਪਹਿਲੇ ਗੁਰੂ ਸਾਹਿਬ ਪਿਛੜੇ, ਉਹਨਾਂ ਦਾ ਜੀ ਨਹੀਂ ਸੀ ਲੱਗਦਾ। ਇਹ ਲਿਵ ਹੁੰਦੀ ਹੈ ਕੰਟੈਂਪਲੇਸ਼ਨ। ਫਿਰ ਤੀਜਾ ਗੁਰੂ 2 ਵਾਰੀ, ਇੱਕ ਵਾਰੀ ਬਿਆਸ ਦਰਿਆ ਤੇ ਕੁਟੀਆ ਚ ਛੁਪੇ, ਇੱਕ ਬਾਸਰਕੇ ਦੀ ਕੁਟੀਆ ਸੀ। ਉਹ 2 ਕੁਟੀਆਂ ਚੋਂ ਲੋਕ ਹੋਏ ਜਦੋਂ ਉਹਨਾਂ ਦੇ ਬੇਟਿਆਂ ਨੇ ਉਹਨਾਂ ਨਾਲ ਮਾੜਾ ਸਲੂਕ ਕੀਤਾ।
ਅੰਤਰ ਧਿਆਨੀ ਹੋਏ, ਉਦੋਂ ਵੀ ਬਾਬਾ ਬੁੱਢਾ ਜੀ ਨੇ ਆਪਣੀ ਲਿਵ ਨਾਲ ਲੱਭਿਆ। ਉਹ ਲਿਵ ਜਿਹੜੀ ਗੁਰੂ ਤੱਕ ਪਹੁੰਚਦੀ ਆ, ਜਿਹਦੀ ਗੁਰੂ ਦੇ ਸ਼ਬਦ ਤੱਕ ਪਹੁੰਚ ਆ, ਜਿਹਦੀ ਅੰਮ੍ਰਿਤ ਦੀਆਂ ਦਿਸ਼ਾਵਾਂ ਦੂਰੀਆਂ ਤੱਕ, ਅਗੰਮ ਤੱਕ ਪਹੁੰਚ, ਉਹ ਲਿਵ, ਉਹ ਕੰਟੈਂਪਲੇਸ਼ਨ। ਘਣੇ ਵਿਚਿੱਤਰ ਕਾਲ ਵਰਕ ਦੱਸਦੇ, ਸਮਾਂ ਸੀ ਜਿਹੜਾ ਸਮਾਂ ਸੰਘਣੇ ਸਮੇਂ ਸਹੁਰੇ ਆ ਗਏ, ਮੇਲਾ ਜੁੜ ਗਿਆ। ਘਣੇ ਵਿਚਿੱਤਰ ਕਾਲ ਮਰਕਜ਼ ਦੱਸਦੇ, ਕਿਹੜਾ ਬਾਟਾ। ਅੱਜ ਆਖੋ ਕਹਿੰਦੇ ਆ ਦਾਤ ਧਰਤੀ ਧਰਮਸਾਲ ਬਣ ਗਈ, ਇਹ ਦਾਤ ਲੈਂਦੀ ਹੋ। ਸਾਰੇ ਜੀਵਾਂ ਨੂੰ ਧਰਮਸਾਲ ਨੇ ਆਪਣੀ ਸੰਗਤ ਬਣਾ ਲਈ। ਘਣੇ ਵਿਚਿੱਤਰ ਕਾਲ ਮਰਕਜ਼ ਦੱਸਦੇ, ਸਮਾਂ ਕੀ ਹੈ? ਜਦੋਂ ਗੁਰੂ ਨਾਨਕ ਉਦਾਸੀਆਂ ਤੇ ਗਿਆ, ਤੁਹਾਨੂੰ ਇਲਾਹੀ ਨਦਰ ਦੇ ਪਿੰਡ ਚੋਂ ਹੀ ਸੁਣਾਉਣਾ, ਗੁਰੂ ਨਾਨਕ ਵਾਲੇ ਚ, ਇਹ ਗੁਰੂ ਗੋਬਿੰਦ ਸਿੰਘ ਤੇ ਆ, ਪੂਰੇ 100 ਸਫ਼ੇ ਤੇ ਆ। ਉਹ ਕਾਲ ਸਦੀਆਂ ਇਪਾਕ ਜਿਨ੍ਹਾਂ ਨੂੰ ਕਹਿੰਦੇ ਆ, ਉਹ ਕਹਿੰਦਾ ਆਪੋ ਆਪਣੇ ਦੀਪ ਜਗਾ ਸਦੀਆਂ। ਜਿਵੇਂ ਇਸਤਰੀਆਂ ਨਹੀਂ ਜਾਂਦੀਆਂ ਕਿਸੇ ਤਿਉਹਾਰ ਤੇ, ਦੀਵਾਲੀ ਤੇ ਦੀਵੇ ਜਗਾ ਕੇ ਕਿਸੇ ਸ਼ਰਧਾ ਮੰਦਿਰ ਚ ਜਾਂਦੀਆਂ ਨੇ ਕਿ ਨਹੀਂ? ਪਰ ਗੁਰੂ ਨਾਨਕ ਲਈ ਤਾਂ ਸਦੀਆਂ ਆ ਗਈਆਂ। ਕਿਵੇਂ ਜਾਂਦੀਆਂ ਨੇ ਜਰਾ ਦੇਖੋ ਤਾਂ ਭਲਾ, ਦੇਖੋ ਇੱਥੇ ਜਰਾ ਜੀਨੀਅਸ ਦਾ ਕੀ ਫਰਕ ਹੈ ਤੇ ਆਪਣਾ। ਜੀਨੀਅਸ ਦੇ ਜਰਾ ਅੰਦਾਜ਼ ਦੇਖੋ। ਸਦੀਆਂ ਨੂੰ ਇਸਤਰੀ ਰੂਪ ਦੇਤਾ, ਕਿਉਂਕਿ ਗੁਰੂ ਨੂੰ ਜਿਹੜੀ ਇਸ ਟਾਈਮ ਦੇ ਵਿੱਚ ਉਹ ਭਗਤ ਕਰਨ ਆਊਗੀ, ਉਹ ਵੂਮੈਨ ਇਸ ਕੁਦਰਤ ਨੂੰ ਸਦੀਆਂ ਨੂੰ ਹੀ ਬਣਨਾ ਪਊਗਾ। ਇੱਕ ਇਸਤਰੀ ਕਿਵੇਂ ਦੱਸ ਦੂਗੀ ਉਹਨੂੰ? 1000 ਕਰੋੜ ਵੀ ਕਿਵੇਂ ਦੱਸ ਦੂ? ਸਮਾਂ ਹੀ ਦੱਸੂ ਜਿਹਦੇ ਵਿੱਚ ਸਮੂਹੀਆਂ ਪਈਆਂ ਨੇ, ਚਲੀਆਂ ਵੀ ਗਈਆਂ, ਆਉਣੀਆਂ ਵੀ ਨੇ। ਆਪੋ ਆਪਣੇ ਦੀਪ ਜਗਾ ਸਦੀਆਂ, ਆਪੋ ਆਪਣੇ ਹਰ ਯੁੱਗ ਨੇ ਦੀਪ ਚਾਨਣ ਰੋਸ਼ਨੀ ਕੀਤੀ। ਗੁਰੂ ਦੀ ਆਓ ਭਗਤ ਚਾਹ ਜਾ ਰਹੇ ਨੇ, ਜਿਵੇਂ ਖੂਹਾਂ ਤੇ ਮੁਟਿਆਰਾਂ ਪਾਣੀ ਭਰਨ ਜਾਂਦੀਆਂ। ਰਿਗਵੇਦ ਚ ਵੀ ਆਉਂਦਾ ਹੈ ਸੀਨ, ਬੜਾ ਕਮਾਲ ਦਾ। ਤੇ ਸਿਰ ਚਾਨਣੀ ਸਿਹਰ ਗੁਦਾਂਦੀਆਂ ਨੇ। ਜਿਹੜਾ ਉਹ ਸੁਹਾਗ ਦੇ ਬਾਲ ਨੇ, ਅੱਗੇ ਗੁੰਦਦੇ ਨਹੀਂ ਸੀ ਹੁੰਦੇ, ਉਹਨੂੰ ਜਾਦੂ ਹੀ ਕਹਿੰਦੇ ਸੀ ਸੁਹਾਗਣ ਦਾ। ਸਿਹਰ ਜਾਦੂ ਹੀ ਹੁੰਦਾ ਕਿ ਬਾਲ ਨੇ ਜਿਹੜੇ, ਜਦੋਂ ਕੋਈ ਉਹ ਖੂਬਸੂਰਤੀ ਸੁਹਾਗਣ ਦੀ ਦੇਖੇ, ਉਹ ਕੀ ਲਿਆ ਜਾਵੇ। ਪਰ ਇੱਥੇ ਤੇ ਸਦੀਆਂ ਹਰ ਚ ਲੱਗੀਆਂ ਹੋਈਆਂ। ਉਹ ਕਹਿੰਦੀ ਮੇਰਾ ਸੋਹਣਾ ਗੁੰਦ ਦਿਓ, ਕਹਿੰਦੀ ਮੇਰਾ। ਬਾਬੇ ਨਾਨਕ ਦੀ ਉਹ ਭਗਤੀ ਚ ਜਾ। ਆਪੋ ਆਪਣੇ ਦੀਪ ਜਗਾ ਸਦੀਆਂ, ਇਹ ਟਾਈਮ ਹੈ। ਸਿਰ ਚਾਨਣੀ ਸਿਹਰ ਗੁੰਦਾਂਦੀਆਂ ਨੇ, ਦੱਸਣ ਪਾਕ ਫਕੀਰ ਦਾ ਕਿਵੇਂ ਜਾਦੂ। ਉਹ ਗੁਰੂ ਨਾਨਕ ਦਾ ਜਿਹੜਾ ਮੇਰੇ ਕਾਲਾ ਜਾਦੂ, ਦੁਨੀਆਦਾਰ ਨਹੀਂ, ਮੈਜਿਕ ਜੋ ਵੀ ਕਰਦੇ ਨੇ, ਸਪਿਰਚੁਅਲ। ਇਹਦਾ ਫਰਕ ਮੌਲਾਨਾ ਰੂਮੀ ਨੇ ਦੱਸਿਆ। ਇੱਕ ਮੁਅਜਜ਼ਾ ਹੁੰਦਾ, ਇੱਕ ਆ ਮੈਜਿਕ ਹੁੰਦਾ। ਇਹ ਦੋ ਨੇ, ਦੋਨਾਂ ਦਾ ਫਰਕ ਸਮਝਾਇਆ ਉਹਨੇ, ਹਰਿੰਦਰ ਨੇ ਵੀ ਸਮਝਾਇਆ। ਇਹ ਜਾਦੂ ਮੇਰੇ ਕਾਲਾ ਲਾਹੀ ਆ। ਇੱਕ ਦੁਨੀਆਦਾਰ ਨਿਕਰੋਮੈਂਸੀ ਹੁੰਦੀ ਆ, ਕਿਸੇ ਨੂੰ ਮਗਰ ਲਾਉਣਾ, ਕਿਸੇ ਨੂੰ ਜਿੱਤਣਾ, ਕਿਸੇ ਤੇ ਕੁਛ ਜਾਦੂ ਕਰਨਾ, ਇਹ ਜਿਹੀਆਂ ਘਟੀਆ ਹਰਕਤਾਂ ਕਰਨੀਆਂ, ਜਾਂ ਜਿੱਤਣ ਹਾਰਨ ਚ ਵਰਤਣਾ। ਇਹ ਛੋਟੀਆਂ ਚੀਜ਼ਾਂ ਨੇ। ਦੱਸਣ ਪਾਕ ਫਕੀਰ ਦਾ ਕਿਵੇਂ ਜਾਦੂ। ਸਜਦਾ ਨਵੇਂ ਤੋਂ ਨਵੇਂ ਬਣਾਉਂਦੀਆਂ ਨੇ, ਕਦੇ ਐ ਸਿਰ ਝੁਕਾਉਂਦੀਆਂ ਨੇ, ਕਦੇ ਐ ਝੁਕਾਉਂਦੀਆਂ। ਵਾਹ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਤਰੀਕੇ ਨਾਲ ਬਾਬੇ ਨਾਨਕ ਦੀ ਇੱਜ਼ਤ ਕਰੀ। ਉਹ ਕਿਹੜੀ ਅਦਾ ਜਿਹੜੀ ਉਹਨੂੰ ਪਸੰਦ ਆ ਜਾਵੇ, ਸਾਨੂੰ ਪ੍ਰਵਾਨ ਕਰ ਲਵੇ। ਕਿਸੇ ਦੂਰ ਦੀ ਫਜਰ ਦਾ ਖਿੱਚ ਪੱਲੂ ਆਇਆ, ਸਵੇਰ ਦਾ ਕੁੰਡ ਕੱਢਿਆ। ਕਿਸੇ ਦੂਰ ਦੀ ਫਜਰ ਦੀ ਬਿਊਟੀ ਬਹੁਤ ਜ਼ਿਆਦਾ ਹਰਿੰਦਰ ਦੇ ਵਿੱਚ ਪਹਿਲਾਂ ਨਹੀਂ ਕਿਤੇ ਆਈ, ਕਿਤੇ ਨਹੀਂ।
ਜਦੋਂ ਪੜੂੰਗੀ। ਉੱਥੇ ਅੱਗੇ ਆਉਂਦਾ ਵੀ ਆ, ਮੈਂ ਤੁਹਾਨੂੰ ਲਾਈਨਾਂ 'ਚ ਦੱਸੂਗਾ। ਉਸ ਧਿਆਨ ਨੂੰ ਨਜ਼ਰ ਨਾ ਆਵੇ, ਸਦਾ ਵਿਗਾਸ ਸਵੇਰਾ, ਸਦਾ ਵਿਗਾਸ ਸਵੇਰਾ ਜਿਹੜੀ ਫਜਰ ਆ, ਉਹ ਫਜਰ ਪਹਿਲਾਂ ਨਹੀਂ ਆਈ ਕਦੇ। ਸਵਾਲ ਹੀ ਨਹੀਂ ਤੁਸੀਂ ਕਦੇ ਪੜ੍ਹੀ ਹੋਵੇ, ਦੇਖੀ ਹੋਵੇ, ਜਿਹੜੀ ਹਰਿੰਦਰ ਨਾਲ ਆਉਂਦੀ ਹੈ ਜਾਂ ਗੁਰਬਾਣੀ 'ਚ। ਅਨੁਭਵੀ ਬੰਦਿਆਂ ਨੂੰ ਪਤਾ ਹੈਗੀ ਆ, ਉੱਥੇ ਤਾਂ ਹੈਗੀ ਹੋਈ ਹੈ। ਦੱਸਣ ਪਾਕ ਫਕੀਰ ਦਾ ਕਿਵੇਂ ਜਾਦੂ, ਸਜਦੇ ਨਵੇਂ ਤੋਂ ਨਵੇਂ ਬਣਾਉਂਦੀਆਂ। ਅੱਗੇ ਕਿਸੇ ਦੂਰ ਦੀ ਫਜਰ ਦਾ ਖਿੱਚ ਪੱਲੂ, ਦੂਰ ਦੀ ਸਵੇਰ ਦਾ ਹੀ ਘੁੰਡ ਖਿੱਚਿਆ ਉਹਨਾਂ ਨੇ ਹੁਸਨ ਢਕਣ ਦੇ ਲਈ। ਸ਼ਰਮ ਦੇ ਵਿੱਚ, ਅਦਾ ਦੇ ਵਿੱਚ, ਇੱਕ ਇਸਤਰੀਪਣ ਦੀ ਸ਼ਰਮਸਾਰ ਅਦਾ ਦੇ ਵਿੱਚ ਜਾਣਾ, ਜੋਬਨ ਹੁਸਨ ਨੂੰ ਲੁਕੋ ਕੇ ਪਰਦੇ 'ਚ ਲੈ ਕੇ ਜਾਣਾ। ਕਿਸੇ ਦੂਰ ਦੀ ਫਜਰ ਦਾ ਖਿੱਚ ਪੱਲੂ, ਲੰਮੇ ਤਾਰੇ ਦੀ ਰਮਜ਼ ਲੁਕਾਉਂਦੀਆਂ। ਜਿਵੇਂ ਉਹ ਤਾਰਾ ਅਸਮਾਨ ਤੇ ਟੁੱਟਦਾ ਨਾ, ਐ ਹੁਸਨ ਦੀ ਰਮਜ਼ ਅੱਖਾਂ ਦੀ, ਉਹ ਪੱਲੂ ਉਹਨਾਂ ਨੇ ਢਕੀ ਹੋਈ। ਦੇਖੋ ਸਮੇਂ ਦੀ ਬਿਊਟੀ ਐ ਹੁੰਦੀ ਆ ਬਾਬੇ ਨਾਨਕ ਨੂੰ ਕੁਦਰਤ। ਇਹ ਆਮਰ, ਇਹ ਤਾਂ ਨਿੱਕੀ ਜਿਹੀ ਗੱਲ ਹੈ ਮੇਰੇ ਸਧਾਰਨ ਜੇ ਬੰਦੇ ਤੋਂ, ਗਰੀਬੜੇ ਤੋਂ। ਇਹ ਪੋਇਟ ਦੱਸਣ ਵਾਲਾ ਵੀ ਆਪ ਹੀ ਹੋਵੇ, ਫਿਰ ਦੇਖੋ। ਸਹੀ ਗੱਲ ਹੈ ਜੀ। ਚੂਸ ਕੋਇਲ ਦੇ ਕੰਠ ਚੋਂ ਤਰਤ ਸੰਧੀ, ਕੋਇਲ ਦੇ ਕੰਠ 'ਚ ਜਿਹੜੀ ਮਿੱਠੀ ਆਵਾਜ਼ ਆ, ਉਹ ਸਾਰੀ ਦੀ ਸਾਰੀ ਸਮੇਂ ਨੇ ਲੈ ਲਈ। ਵਿੱਚੇ ਧਰਤੀ ਦੀ ਮਿਠਾਸ। ਧਰਤੀ ਵੀ ਧਰਮਸਾਲ, ਕੋਇਲ ਵੀ ਧਰਮਸਾਲ ਦਾ ਪੰਛੀ ਆ, ਜਿਹੜਾ ਅੰਮ੍ਰਿਤ ਦਾ ਗੀਤ ਗਾਉਂਦਾ, ਜਿਹੜਾ ਰੱਬੀ ਲੈ ਦੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਦੇ ਮਾਹੌਲ ਦੇ ਵਿੱਚ ਆ। ਚੂਸ ਕੋਇਲ ਦੇ ਕੰਠ ਚੋਂ ਧਰਤ ਸੰਧੀ, ਸਾਰੀ ਧਰਤੀ ਤੱਕ ਦਾ ਅੱਗ ਪਾਰ ਸਮਾਨ ਲੈ ਜਾਂਦੀ ਹੈ। ਅੱਗ ਕੀ? ਉਹ ਰੌਸ਼ਨੀ, ਉਹ ਮਿਠਾਸ ਜਿਹੜੀ ਅਸਮਾਨ ਤੱਕ ਜਾਵੇ। ਇੱਕ ਤਾਂ ਹੁੰਦੀ ਹੈ ਅੱਗ ਜਾੜਨ ਵਾਲੀ, ਇੱਕ ਬ੍ਰਾਈਟਨੈਸ ਹੁੰਦੀ ਹੈ ਜਿਹੜੀ ਮਿੱਠੀ ਆਵਾਜ਼ 'ਚ ਵੀ ਹੈ, ਜਿਹੜੀ ਹੁਸਨ 'ਚ ਵੀ ਹੈ, ਜਿਹੜੀ ਖਿਆਲ 'ਚ ਵੀ ਹੈ। ਇਹ ਅੱਗ ਉਹਨੂੰ ਕਿਹਾ, ਪੂਰਨ ਸਿੰਘ ਨੇ ਇਹਦੇ ਤੇ ਸਪੈਸ਼ਲ ਲਿਖਿਆ ਕਿ ਜਿਹੜੀ ਫਾਇਰ ਹੈ ਇਹ ਬ੍ਰਾਈਟਨੈਸ ਹੈ। ਜਿਹੜੇ 5 ਖੰਡ ਨੇ ਗੁਰੂ ਨਾਨਕ ਸਾਹਿਬ ਦੇ ਜਪਜੀ ਤੇ, ਇਹ ਫਾਇਰ ਨੇ 5, ਉਹਨਾਂ ਦੀ ਬ੍ਰਾਈਟਨੈਸ ਜੀ ਕਮਾਲ ਦੱਸੀ ਆ। ਕਦੇ ਪਹਿਲੇ 'ਚ ਆਖਰੀ ਬ੍ਰਾਈਟਨੈਸ ਰਲ ਜਾਂਦੀ ਹੈ ਰੌਸ਼ਨੀ, ਕਦੇ ਪਹਿਲੇ 'ਚ ਦੂਜੀ, ਕਦੇ ਸਾਰਿਆਂ ਦੀ ਰਲ ਜਾਂਦੀ ਹੈ, ਇਕੱਠੇ ਹੋ ਜਾਂਦੇ ਨੇ। ਇੰਨੀ ਕਮਾਲ ਆ ਉਹ। ਇਹ ਬ੍ਰਾਈਟਨੈਸ ਹੈ। ਇਹਦੇ ਨਾਲ ਮਿੱਠੀ ਆਵਾਜ਼ ਵੀ ਹੈ, ਕੋਇਲ ਦੀ ਆਵਾਜ਼ ਵੀ ਹੈ, ਤੜਫ ਵੀ ਹੈ। ਉਹ ਆਵਾਜ਼ ਵੀ ਹੈ ਥੋੜਾ ਜਿਹੜੀ ਸਾਡੇ ਦਿਲਾਂ 'ਚ ਦੀ ਲੰਘਦੀ ਜਾਂਦੀ ਆ, ਉਹਦੇ 'ਚ ਜਿਹੜੀ ਮਿਠਾਸ ਆ ਤੇ ਸਦੀਆਂ ਦੀ ਹੈ ਅਦਾ ਜਿਹੜੀ। ਇਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਣ ਲਈ ਲਾਈਨਾਂ ਉੱਥੋਂ ਤੋਂ ਮੇਰੇ ਯਾਦ ਨੇ ਲਿਖੀਆਂ ਸੀ। ਕਣੇ ਵਿਚਿੱਤਰ ਕਾਲ, ਮਰਕਜ਼ ਦੱਸਦੇ ਗੁਪਤ ਦਿਆ ਦੀ ਚਾਲ, ਚੱਲਣ ਲੱਸਦੇ। ਜਿਹੜੇ ਪਵਿੱਤਰ ਸਮੇਂ ਨੇ, ਵੰਡਰਫੁਲ, ਮਾਰਵਲਸ, ਉਹ ਟਿਕਾਣਾ ਦੱਸਦੇ ਨੇ ਅੰਮ੍ਰਿਤ ਦਾ। ਉਹ ਬਾਟੇ ਵੱਲ ਉਹਨਾਂ ਦੀ ਨਿਗਾਹ, ਇਸ਼ਾਰੇ ਕਰ ਕਰਕੇ ਇੱਧਰ ਸਾਰਿਆਂ ਦੀ ਸਾਂਝੀ ਦਾਤ ਆ, ਭਾਵੇਂ ਬੰਦਾ ਛੱਡਦਾ, ਸਾਰੇ ਹੀ ਨਾਲ ਨੇ। ਗੁਪਤ ਦਿਆ ਦੀ ਚਾਲ, ਚੱਲਣ ਲੱਸਦੇ। ਜਦੋਂ ਸਮੇਂ ਤੁਰਦੇ ਨੇ, ਉਹਨਾਂ ਦੀ ਚਾਲ ਦੇ ਵਿੱਚ ਅਦ੍ਰਿਸ਼ਟ ਰੂਪ ਚ ਦਿਆ ਹੀ ਰਹਿ, ਦਿਆ ਰਹਿਮ, ਸਮਾਂ ਰਹਿਮ ਪਰ ਸਮਾਂ ਬਲੈਸਿੰਗ ਦੇ ਕੁਰਬਾਨ ਹੋ ਗਿਆ। ਬਾਬੇ ਨਾਨਕ ਦੀ, ਬਾਬੇ ਨਾਨਕ ਦੀ ਬਲੈਸਿੰਗ ਚ, ਉਹਦੀ ਡਿਵੋਸ਼ਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੂਪ ਬਟਾ ਕੇ ਆ ਰਿਹਾ। ਗੁਪਤ ਦਿਆ ਦੀ ਚਾਲ, ਚੱਲਣ ਲੱਸਦੇ।
ਸਮਾਂ ਜਦੋਂ ਤੁਰ ਰਿਹਾ ਹੈ, ਉਹਦੇ ਵਿੱਚ ਅਦ੍ਰਿਸ਼ਟ ਰੂਪ ਦੇ ਵਿੱਚ, ਅਬਸਕਰ ਰੂਪ ਦੇ ਵਿੱਚ, ਕੰਸੀਲਡ ਰੂਪ ਦੇ ਵਿੱਚ ਦਇਆ ਰੱਬ ਦੀ, ਗੁਰੂ ਦੀ ਪਲਸ, ਜਿਹੜੀ ਕੀੜੀ ਨੂੰ ਵੀ ਪਹਾੜਾਂ ਨਾਲੋਂ ਵੱਧ ਤਾਕਤਵਰ ਬਣਾ ਦਿੰਦੀ ਹੈ, ਉਹਦੇ ਚ ਜਦੋਂ ਬਖਸ਼ਿਸ਼ ਹੁੰਦੀ ਹੈ, ਉਹ ਦਇਆ ਜਿਹੜੀ ਨਾਲੇ ਚੱਲ ਰਹੇ ਨੇ, ਨਾਲੇ ਉਹਨਾਂ ਦੇ ਵਿੱਚ ਉਹ ਰੋਸ਼ਨੀ ਹੈ ਜਿਹੜੀ ਉਹ ਲਸ-ਲਸ ਕਰ ਰਹੀ ਹੈ, ਉਹ ਲਿਸ਼ਕ ਰਹੀ ਹੈ, ਉਹ ਚਮਕ ਕੇ ਬਾਹਰ ਆ ਰਹੀ ਹੈ, ਉਹ ਬਾਹਰ ਨੂੰ ਵੀ ਰੋਸ਼ਨ, ਆਲਾ ਦਾਲਾ ਵੀ ਰੋਸ਼ਨ ਕਰ ਰਹੀ ਹੈ। ਸਮਾਂ ਹੀ ਦਇਆ ਨਾਲ ਭਰ ਗਿਆ, ਸਮਾਂ ਹੀ ਬ੍ਰਾਈਟਨੈਸ ਬਣ ਗਿਆ। ਜਿਵੇਂ ਮੈਂ ਇੱਥੇ ਦੱਸਦਾ ਸੀ ਕਿ ਉਹ ਸੁਖਬੀਰ ਬਾਦਲ ਕਹਿੰਦਾ ਸਬੂਤ ਦਿਓ, ਸਬੂਤ ਤਾਂ ਸਮਾਂ ਹੀ ਬ੍ਰਾਈਟਨੈਸ ਬਣਿਆ ਹੋਇਆ। ਜੇ ਜੱਜਾਂ ਦਾ ਹੀ ਦਿਵਾਲਾ ਨਿਕਲਿਆ ਹੋਇਆ ਜਾਂ ਅਮਰਿੰਦਰ ਦਾ ਹੀ ਦਿਵਾਲਾ ਨਿਕਲਿਆ ਹੋਇਆ, ਲੋਕਾਂ ਨਾਲ ਨਾਟਕ ਖੇਡਦੇ ਨੇ, ਉਹਦੇ ਚ ਫਿਰ ਬੰਦਾ ਕੀ ਕਰੇ? ਇਹ ਤਾਂ ਸਮਾਂ ਬ੍ਰਾਈਟਨੈਸ ਆ। ਇਹ ਤਾਂ ਜੱਜ ਨੂੰ ਉਹਨੂੰ ਸੋਚਣਾ ਚਾਹੀਦਾ ਕਿ ਐਡੀ ਸੱਚਾਈ ਨੂੰ ਕਿਵੇਂ ਲਿਆਈਏ ਵਿੱਚ। ਸੱਚਾਈ ਤੇ ਹੈਗੀ ਆ, ਜਾਂ ਹੱਥ ਖੜੇ ਕਰ ਦਿੰਦੇ ਆ ਵੀ ਇਹ ਤਾਂ ਸੱਚ ਹੀ ਸੱਚ ਆ, ਇਹ ਤਾਂ ਅਦਾਲਤ ਤੋਂ ਵੀ ਬਾਹਰ ਦਾ ਸੱਚ ਆ। ਉਹ ਲਿਜਾ ਕੇ ਆਪਦੀ ਭੀੜੀ ਗਲੀ ਉੱਥੇ ਕੈਬਨ ਚਲ ਜਾਂਦੇ ਨੇ, ਉਹ ਡਾਰਕਨੈਸ ਦੇ ਵਿੱਚ। ਇਹ ਸਮਾਂ ਹੀ ਹੈ, ਇਹ ਉਹੀ ਸਮਾਂ, ਇਹ ਅਨੇਕਾਂ ਤਰ੍ਹਾਂ ਨਾਲ ਆਊਗਾ। ਸੱਚ ਅਜਾਇਦਾ ਤੀਰ, ਜਿਹੜਾ ਗੁਰੂ ਗ੍ਰੰਥ ਸਿੰਘ ਤੋਂ ਚੱਲਿਆ ਸੀ, ਅਸੀਂ ਪਹਿਲਾਂ ਦੱਸਿਆ ਇਸੇ YouTube ਦੇ ਵਿੱਚ ਕਿ ਉਹਨਾਂ ਦਾ ਰੱਬ ਦੇ ਘਰੋਂ ਅਜਾਇ, ਜਿਹਨੂੰ ਕੋਈ ਨਹੀਂ ਜਿੱਤ ਸਕਦਾ, ਜਿਹੜੇ ਸੱਚ ਤੱਕ ਕੋਈ ਨਹੀਂ ਪਹੁੰਚਿਆ, ਕੋਈ ਉਹਨੂੰ ਜਿੱਤ ਨਹੀਂ ਸਕਦਾ। ਸੱਚ ਅਜਾਇ ਦਾ ਤੀਰ, ਰਚੇ ਤਰੀਖ, ਜੋ ਤਰੀਖ ਰਚੀ ਦਿੱਤੀ ਉਹਨੇ। ਜ਼ਫਰਨਾਮੇ ਦੇ ਵਿੱਚੋਂ ਰਮਜ਼ੇ ਤੜਫਦਾ ਵੀ ਮੈਨੂੰ ਮਿਲੋ, ਇਹ ਤਰੀਕ ਹੀ ਆ, ਇਹੀ ਤਰੀਕ ਹੁੰਦੀ ਆ, ਥਾਂ ਥਾਂ ਤੇ ਹੀ ਰਚੀ ਆ, ਇਹ ਸਾਹਮਣੇ ਵਿਜ਼ੀਬਲ ਦੀਦੀ ਆ ਸਾਨੂੰ। ਸੱਚ ਅਜਾਇ ਦਾ ਤੀਰ, ਰਚੇ ਤਾਰੀਖ, ਜੋ ਜਿਹੜਾ ਇਤਿਹਾਸ, ਇਨਵਿੰਸੀਬਲ ਇਤਿਹਾਸ ਸਾਹਮਣੇ। ਸੂਰਜ ਬੁਝ ਜਾਣਗੇ, ਇਹ ਇਤਿਹਾਸ ਨਹੀਂ ਬੁਝੂਗਾ। ਸੂਰਜ ਛੁਪਿਆ ਅਸਲ ਨੂਰ ਦੇ, ਇਹ ਵੀ ਇਹਦੇ ਚ ਹੀ ਆ, ਨਹੀਂ ਮਿਟਦੇ ਤਰਸੇ। ਅਸਲ ਨੂਰ ਬਿਨ ਚੰਨ ਹਜ਼ਾਰਾਂ, ਰੋਗਾਂ ਭਰੇ ਅਕੇਮੇ। ਤੁਸੀਂ ਚੰਨ ਸੂਰਜ ਦੀ ਰੋਸ਼ਨੀ ਤੋਂ ਵੀ ਬੋਰ ਹੋ ਜਾਓਗੇ ਜੇ ਉਹਦੇ ਚ ਰੱਬ ਦਾ ਨੂਰ ਨਹੀਂ ਹੈਗਾ। ਇਹ ਇੱਕ ਹਿੱਸਾ ਉਹਦਾ। ਅਰੇ ਗੀਤ ਗੋਬਿੰਦ ਦੇ ਵਿੱਚ ਵੀ ਬਹੁਤ ਕਮਾਲ ਆ, ਜਾਲੇ ਕਮਾਲ, ਬਹੁਤ ਚਾਨਣੀ ਦੀ ਜਿਹੜੀ ਸਪਿਰਚੁਅਲ ਬਿਊਟੀ ਕੀ ਹੈ, ਬਹੁਤ ਕਮਾਲ, ਕਮਾਲ ਆ ਬਹੁਤ। ਵੀ ਉਹਦੇ ਪਰ ਉਹ ਵਨ ਸਾਈਡ ਆ, ਇਹ ਤੇ ਹੋਲ ਆ, ਉਹਦੇ ਚ ਤਾਂ ਬਹੁਤ ਕੁਛ। ਉਹਦੇ ਚ ਸੋਲ ਦੀ ਬਿਊਟੀ ਨਹੀਂ ਹੈ, ਉਹਦੇ ਚ ਦਇਆ ਵੀ ਨਹੀਂ ਉਸ ਤਰ੍ਹਾਂ ਦੀ ਹੈਗੀ, ਉਹ ਇੱਕ ਲਵ ਦੇ ਵਿੱਚ ਜੁੜੀ ਹੋਈ ਹੈ, ਉੱਥੇ ਕਮਾਲ। ਸੱਚ ਅਜਾਇ ਦਾ ਤੀਰ, ਰਚੇ ਤਾਰੀਖ, ਜੋ ਉਧਰ ਬਹਿਣ ਜੁਗ ਨੀਰ। ਉਸੇ ਪਾਸੇ ਨੂੰ ਪਾਣੀਆਂ ਨੇ ਰੁਖ ਬਣਾ ਲਏ। ਟੂ ਵਾਟਰ ਉਹਦੇ ਚ ਵੀ ਹੁੰਦਾ, ਸਲਾਮ ਚ ਧਰਤੀ ਦੇ ਪਾਣੀ, ਸਵਰਗ ਦੇ ਪਾਣੀ। ਧਰਤੀ ਦੇ ਪਾਣੀ ਖਾਰੇ ਨੇ, ਸਵਰਗ ਦੇ ਪਾਣੀ ਅੰਮ੍ਰਿਤ ਰੂਪ ਨੇ। ਤੇ ਪਰ ਇੱਥੇ ਇਹ ਚੀਜ਼ ਨਹੀਂ, ਇੱਥੇ ਤੇ ਧਰਤੀ ਹੋਈ ਧਰਮਸਾਰ, ਇੱਥੇ ਤੇ ਅੰਮ੍ਰਿਤ ਆ ਸਭ। ਬਸ ਅਮਲ ਚਾਹੀਦਾ, ਸਭ ਕੁਛ ਹੀ ਅੰਮ੍ਰਿਤ ਆ। ਉਧਰ ਬਹਿਣ ਜੁਗ ਨੀਰ, ਲੱਭਦੇ ਸੁਧਾ। ਉਹ ਸਵੇਰ ਦੀ ਰੋਸ਼ਨੀ ਜਿਹੜੀ ਬਾਬੇ ਨਾਨਕ ਨਾਲ ਹੈ, ਐਨੀ ਸੋਹਣੀ ਰੋਸ਼ਨੀ ਪਹਿਲਾਂ ਨਹੀਂ ਆਈ, ਜਿਹੜੀ ਸ਼ਬਦ ਨੇ ਬ੍ਰਾਈਟਨੈਸ ਲਿਆਂਦੀ। ਜਦੋਂ ਧਰਤੀ ਨੂੰ ਧਰਮਸਾਲ ਬਣਾਇਆ, ਉਹਦੀ ਹਰ ਚੀਜ਼ ਹੀ ਵੱਖਰੀ ਰੂਪ ਦੇ ਵਿੱਚ ਟ੍ਰਾਂਸਫਰਮੇਸ਼ਨ ਹੋ ਕੇ ਆਈ। ਹਰ ਚੀਜ਼ ਆ ਜਿਹੜੀ ਇਲਾਹੀ
ਉਸ ਨੇਮ ਦੇ ਵਿੱਚ ਢਲ ਗਈ। ਹੂੰ ਉਹੀ ਰੂਪ ਉਹਨੂੰ ਉਹਦੇ ਮੁਤਾਬਕ ਮਿਲਿਆ। ਇੱਥੇ ਸੁਦਾ ਵੀ ਉਹੀ ਹੈ। ਚੁੱਕ ਗੁਰ ਨੈਣਾ ਹੇਠ ਪੰਜ ਪਿਆਰੇ, ਜਦੋਂ ਸਾਜੇ ਗਏ ਗੁਰੂ ਦੀ ਨਜ਼ਰ ਥੱਲੇ ਸਿਰ ਝੁਕਾ ਦਿੱਤਾ। ਨਜ਼ਰੋਂ ਕੋਈ ਸਧਾਰਨ ਥੋੜਾ, ਉਹ 10ਵੇਂ ਜਾਮੇ ਚ ਇਸ ਧਰਤੀ ਦੇ ਪ੍ਰੋਫਿਟ ਦੀ, ਉਸ ਪ੍ਰੋਫਿਟ ਦੀ ਨਿਗਾਹ ਜਿਹੜਾ ਆਖਰੀ ਰੂਪ ਦੇ ਵਿੱਚ ਸਾਰੀ ਧਰਤੀ ਨੂੰ ਹੀ ਜਲਾਲ ਬਣਾ ਦਿੱਤਾ। ਧਰਤੀ ਸੰਗਤ ਬਣਾਤੀ, ਧਰਮਸਾਲ ਬਣਾਤੀ, ਉਹਦੇ ਵਿੱਚ ਮੈਨ ਨੂੰ ਯੂਨੀਵਰਸਲ ਸ਼ਕਲ ਦੇ ਦਿੱਤੀ। ਸਾਰੀਆਂ ਚੀਜ਼ਾਂ ਨੂੰ ਨਾਲ ਹੀ ਸਵਾਰ ਦਿੱਤਾ। ਤੇ ਵਿਰੋਧ ਹੋ ਰਹੇ ਨੇ, ਹਟ ਜਾਣਗੇ। ਸਿੱਖ ਨੂੰ ਮਾਰਿਆ ਜਾ ਰਿਹਾ, ਦੂਜੇ ਪਾਸੇ ਆਪਣੇ ਆਪ ਨੂੰ ਤਬਾਹ ਕੀਤਾ ਜਾ ਰਿਹਾ, ਆਪਣੇ ਆਪ ਨੂੰ ਡਿਮੋਰਲਾਈਜ਼ ਕੀਤਾ ਜਾ ਰਿਹਾ, ਨਰਕ ਪਾਪ ਦੇ ਭਾਗੀ ਬਣਾਇਆ ਜਾ ਰਿਹਾ। ਸਿੱਖ ਤੇ ਜ਼ੁਲਮ ਹੋ ਰਿਹਾ। ਸਿੱਖ ਤਰੱਕੀ ਕਰ ਰਿਹਾ, ਜ਼ੁਲਮ ਤਰੱਕੀ ਹੁੰਦਾ। ਕਰਨ ਵਾਲਾ ਨਿਗਰ ਰਿਹਾ। ਉਹ ਕਿਹੜੇ ਤਰੀਕੇ ਨਾਲ ਨਿਗਰਨਾ ਹੈ, ਕਮਾਲ ਹੀ ਹੋ ਜੂਗੀ। ਦੇਖਦੇ ਜਾਓ, ਦੇਖਣ ਵਾਲੇ ਕੋਈ ਹੋਰ ਹੀ ਹੋਣਗੇ। ਮੈਨੂੰ ਲੱਗਦਾ ਆਪਾਂ ਵੀ ਨਹੀਂ ਹੋਣੇ। ਹੋ ਸਕਦਾ ਅਸੀਂ ਵੀ ਫਿਰ ਉਹਦੇ ਵਿੱਚ ਹੀ ਜਾਈਏ ਜਦੋਂ ਸਜ਼ਾ ਮਿਲਦੀ ਹੈ। ਕੋਈ ਪਤਾ ਨਹੀਂ ਤੋਂ ਕੀ ਬਣਦਾ। ਚੁੱਕ ਗੁਰ ਨੈਣਾ ਹੇਠ ਪੰਜ ਪਿਆਰਿਆਂ, ਗੁਰੂ ਦੀ ਨਜ਼ਰ ਦੇ ਥੱਲੇ ਉਹਨਾਂ ਪੰਜਾਂ ਪਿਆਰਿਆਂ ਨੇ ਉਹ ਦਾਤ ਜਦੋਂ ਸਮਝ ਆਈ, ਉਦੋਂ ਹੀ ਪਤਾ ਲੱਗਿਆ ਗੁਰੂ ਕੀ ਇਹਦੀ ਨਿਗਾਹ ਕੀ ਹੈ। ਜਦੋਂ ਸਮਿਆਂ ਨੂੰ ਫਿਕਰ ਲੱਗਿਆ ਹੋਇਆ ਕਿਹੜੀ ਦਾਤ ਮਿਲੀ ਹੈ, ਤੇ ਪੰਜਾਂ ਪਿਆਰਿਆਂ ਨੂੰ ਵੀ ਉਹ ਉਸ ਨਿਮਰਤਾ ਦੇ ਵਿੱਚ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਝੁਕ ਕੇ ਰਮਜ਼ ਅਕਾਲ ਅਲੇਖ ਤੱਕ ਵਿੱਚ ਤਾਰਿਆ। ਚੁੱਕ ਗੁਰ ਨੈਣਾ ਹੇਠ ਪੰਜ ਪਿਆਰਿਆਂ, ਰਮਜ਼ ਅਕਾਲ ਅਲੇਖ ਤੱਕ ਵਿੱਚ ਤਾਰਿਆ। ਉਹਨਾਂ ਨੈਣਾ ਦੇ ਵਿੱਚੋਂ ਉਹ ਰਮਜ਼ ਦਿਸੀ ਅਕਾਲ ਸਮਿਆਂ ਤੱਕ, ਜਿਹੜੀ ਲਿਖੀ ਵੀ ਨਹੀਂ ਜਾ ਸਕਦੀ, ਦੱਸੀ ਵੀ ਨਹੀਂ ਜਾ ਸਕਦੀ, ਤਾਰਿਆਂ ਤੱਕ ਜਾ ਰਹੀ। ਉਹਨਾਂ ਨੈਣਿਆਂ ਦੇ ਵਿੱਚ ਉਹ ਰਮਜ਼ ਦਿਸੀ ਜਦੋਂ ਉਹਨਾਂ ਨੇ ਚੁੱਕ ਕੇ ਗੁਰੂ ਮੂਹਰੇ ਸਿਰ ਝੁਕਾਇਆ। ਅੰਮ੍ਰਿਤ ਦੀ ਹਰ ਬੂੰਦ ਰਗ ਰਗ ਛੋਲੇ, ਲੋਹਾਂ ਦੀ ਮੋਹ ਗੂੰਜ ਦਿਲੀ ਸਮੋ ਲਈ। ਜਦੋਂ ਪੰਜਾਂ ਪਿਆਰਿਆਂ ਨੇ ਗੁਰੂ ਦੀ ਦਾਤ, ਗੁਰੂ ਨੂੰ ਉਹ ਦੂਰੀਆਂ ਤੱਕ ਤੱਕਿਆ, ਉਹਦੀ ਅਨੰਤਤਾ ਨੂੰ ਦੇਖਿਆ, ਅੰਮ੍ਰਿਤ ਦੀ ਹਰ ਬੂੰਦ, ਅੰਮ੍ਰਿਤ ਉਹਨਾਂ ਨੂੰ ਹੋਰ ਜ਼ਿਆਦਾ ਕੀਮਤੀ ਲੱਗਿਆ। ਰਗ ਰਗ ਚ ਸਮਾ ਗਿਆ, ਰੇਸ਼ੇ ਰੇਸ਼ੇ ਚ ਅੰਮ੍ਰਿਤ ਹੀ ਅੰਮ੍ਰਿਤ ਹੋ ਗਿਆ। ਸਰੀਰ ਅੰਮ੍ਰਿਤ ਰੂਪ ਹੀ ਹੋ ਗਿਆ। ਰਗ ਰਗ ਛੋ ਲਈ, ਲੋਹਾਂ ਦੀ ਮੋਹ ਗੂੰਜ ਸਮੋ ਲਈ। ਜਿਹੜੇ ਤਪਕ ਬ੍ਰਹਮੰਡ ਦੇ ਹਿੱਸੇ ਸੀਗੇ, ਉਹ ਇੰਨੇ ਪਿਆਰ ਚ ਗੂੰਜ ਰਹੇ ਨੇ। ਉਹ ਜਿਹੜੀ ਗੂੰਜ ਪੈ ਰਹੀ ਆ ਉਹਨਾਂ ਦੀ ਸੰਗੀਤਕ, ਲੋਹਾਂ ਦੀ ਮੋਹ ਗੂੰਜ ਉਹਨਾਂ ਦੇ ਦਿਲਾਂ ਤੱਕ ਆ ਗਈ। ਤੁਸੀਂ ਦੇਖੋ ਪੰਜ ਪਿਆਰਿਆਂ ਦੀ ਕਿੱਥੋਂ ਤੱਕ ਪਹੁੰਚ ਹੈ। ਸਰੀਰ ਇੱਕ ਆ, ਪਰ ਉਹਦੀ ਪ੍ਰਾਪਤੀ ਮਿਥੀ ਨਹੀਂ ਜਾ ਸਕਦੀ। ਸਰੀਰ ਦੇ ਵਿੱਚ ਅਮੁੱਲ ਆ। ਸਰੀਰ ਚ ਉਹ ਅਕਥ ਚੀਜ਼ ਹੈ ਜਿਹੜੀ ਸਰੀਰ ਚ ਸਮਾਈ। ਜਿਵੇਂ ਸ਼ਬਦ ਚ ਉਹ ਅਕਥ ਸਪੇਸ ਆ, ਦੂਰੀਆਂ ਬ੍ਰਹਮੰਡ ਆ, ਗਹਿਰਾਈਆਂ ਨੇ, ਜਿਹੜੀ ਨਿੱਕੇ ਜਿਹੇ ਸ਼ਬਦ ਚ ਸਮਾਈ ਹੋਈ ਹੈ। ਇਸੇ ਤਰ੍ਹਾਂ ਖਾਲਸੇ ਦਾ ਜਿਹੜਾ ਅਮਲ ਚ ਸ਼ੁੱਧ ਖਾਲਸੇ ਦਾ ਸਰੀਰ ਕੀ ਆ, ਉਹ ਗੁਰੂ ਰੂਪ ਆ, ਉਹ ਸ਼ਬਦ ਰੂਪ ਆ। ਜੇ ਖਾਲਸੇ ਨੂੰ ਦੇਖੋਗੇ ਤਾਂ ਤੁਸੀਂ ਗੁਰੂ ਨੂੰ ਤੇ ਦੀਦਾਰ ਕਰੋਗੇ। ਉਹਦੇ ਵਿੱਚ ਤੁਹਾਨੂੰ ਉਹ ਦਿਸੇਗਾ। ਲਹਿਰੇ ਗੁਰੂ ਲੋ ਪੰਜ ਕਕਾਰਾਂ ਤੱਕ, ਜਿਹੜੇ ਪੰਜ ਨਿਸ਼ਾਨੀਆਂ ਪੰਜਾਂ ਪਿਆਰਿਆਂ ਨੂੰ ਪਹਿਨਾਈਆਂ ਗਈਆਂ,
ਉਹਨਾਂ ਦੇ ਵਿੱਚ ਗੁਰੂ ਦੀ ਜਿਹੜੀ ਰੋਸ਼ਨੀ ਆ, ਪ੍ਰਕਾਸ਼ ਆ, ਜੋ ਬ੍ਰਾਈਟਨੈਸ ਆ, ਜਿਹੜੀ ਚੰਨ ਤਾਰਿਆਂ ਬ੍ਰਹਿਮੰਡਾਂ ਤੱਕ ਆਪਣੇ ਪ੍ਰਕਾਸ਼ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰ ਰਹੀ ਆ। ਸਾਰੇ ਬ੍ਰਹਿਮੰਡ ਦੀ ਜਿਹਦੇ ਵਿੱਚ ਸੰਗਤ ਸ਼ਾਮਿਲ ਆ। ਕਕਾਰਾਂ ਤੀਕ ਲਹਿਰੇ ਗੁਰੂ ਲੋ, ਉਹ ਰੋਸ਼ਨੀਆਂ ਜਿਹੜੀ ਉਹ ਇਹਦੇ ਵਿੱਚ ਇੱਕ ਦਰਿਆ ਦੇ ਵਾਂਗ ਲਹਿਰਾ ਰਹੀ ਹੈ, ਜਿਹੜੀ ਭਰਪੂਰ ਬਲਾਸਮਡ ਹੋਵੇ, ਬ੍ਰਿਮਫੁਲ ਹੋਵੇ। ਪਰਦੇ ਸੋਹਜ ਅਮੀਕ, ਤਿੰਨਾਂ ਚ ਸਫਰ ਹੋ। ਜਿਹੜੇ ਅਨੰਤ ਕਾਲ ਤੱਕ ਦੀਆਂ ਜਰਨੀਜ਼ ਨੇ, ਉਹ ਇਹਨਾਂ ਪੰਜ ਕਕਾਰਾਂ ਦੇ ਵਿੱਚ ਇੱਕ ਗੰਭੀਰ, ਗਹਿਰਾ, ਡੂੰਘਾ ਸੋਹਜ ਭਰ ਰਹੇ ਨੇ। ਉਹਨਾਂ ਨੂੰ ਗਹਿਰੇ, ਗੰਭੀਰ ਤੇ ਡੂੰਘੇ ਸੋਹਜ ਦੇ ਨਾਲ ਭਰਪੂਰ ਕਰ ਰਹੇ ਨੇ। ਪੰਜ ਕਕਾਰਾਂ ਦੇ ਉੱਤੇ ਨਵੀਂ ਤੋਂ ਨਵੀਂ ਬਖਸ਼ਿਸ਼ ਹੋ ਰਹੀ ਹੈ। ਸੂਖਮ ਅਤੇ ਅਲੇਪ, ਹੜ ਇੱਕ ਉਮੜਿਆ, ਇੱਕ ਅਥਾਹ ਕਿਸਮ ਦਾ ਹੜ ਸੀ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ, ਸਵੈਲ ਹੋਇਆ, ਜਿਵੇਂ ਅਸੀਂ ਬਾਉਂਸ ਕਹਿੰਦੇ ਆ, ਬਾਉਂਸ ਹੋਇਆ। ਸੂਖਮ ਅਤੇ ਅਲੇਪ, ਹੜ ਇੱਕ ਉਮੜਿਆ, ਇੱਕ ਬਹੁਤ ਅਥਾਹ ਕਿਸਮ ਦਾ ਅਤੇ ਸੂਖਮ ਕਿਸਮ ਦਾ ਗੁਰੂ ਬਖਸ਼ਿਸ਼ ਦਾ ਜੋ ਹੜ ਸੀ, ਜਿਹੜਾ ਹਰ ਤਰ੍ਹਾਂ ਦੀ ਬਖਸ਼ਿਸ਼ ਨਾਲ ਇੱਕ ਮਿਕਸ ਸੀ, ਜਿਹੜਾ ਹਰ ਤਰ੍ਹਾਂ ਦੀ ਬਖਸ਼ਿਸ਼ ਦੇ ਇਕਰਾਰ ਨਾਲ ਜੁੜਿਆ ਹੋਇਆ ਸੀ, ਉਹ ਸਵੈਲ ਹੋਇਆ, ਉਹ ਉਛਾਲੇ ਮਾਰ ਕੇ ਆਇਆ। ਸ਼ੋ ਪੰਜਾਂ ਦੇ ਕੇਸ ਅੰਮ੍ਰਿਤ ਉੱਡਿਆ, ਅਤੇ ਉਹਨੇ ਪੰਜਾਂ ਦੇ ਕੇਸਾਂ ਨੂੰ ਛੋਇਆ ਜਦੋਂ, ਉਹ ਕੇਸ ਕੰਸ਼ੀਅਸਨੈਸ ਬਣ ਗਏ, ਅੰਮ੍ਰਿਤ ਦੀਆਂ ਫਲਾਈਟਸ ਬਣ ਗਏ। ਇਹ ਜਦੋਂ ਪੂਰਨ ਸਿੰਘ ਨੂੰ ਪੜੋਗੇ ਨਾ, ਜਿੱਥੇ ਵੀ ਸਿੱਖ ਦੇ ਕੇਸਾਂ ਦੀ ਗੱਲ ਆਉਂਦੀ ਆ, ਜਾਂ ਲਾਹੀ ਨਦਰ ਦੇ ਪੈਂਡੇ ਦੇ ਵਿੱਚ, ਭਾਵੇਂ ਉਹ ਇੱਕ ਟ੍ਰੈਸ ਨੋਟ ਜੂੜੇ ਦੇ ਵਿੱਚ ਨੇ, ਗੁੱਤ ਦੇ ਵਿੱਚ ਨੇ, ਭਾਵੇਂ ਖੁੱਲੇ ਨੇ, ਉਹ ਇੱਕ ਕੰਸ਼ੀਅਸਨੈਸ ਦੀਆਂ ਫਲਾਈਟਸ। ਉਹ ਕੋਈ ਸਧਾਰਨ ਦੁਨੀਆ ਦਾ ਨਾ ਸਰੀਰ ਸਧਾਰਨ ਹੈ, ਨਾ ਕੇ ਸਧਾਰਨ ਨੇ, ਨਾ ਕਕਾਰ ਸਧਾਰਨ। ਉਹਨਾਂ ਨੇ ਉਹ ਅਸਧਾਰਨ ਕਿਸਮ ਦਾ ਅਮਲ ਵੀ ਪੈਦਾ ਕੀਤਾ ਤੇ ਦਿਖਾਇਆ। ਇਸ ਕਰਕੇ ਨਾ ਕੇਸਾਂ ਨੂੰ ਅਸੀਂ ਜੋਗੀਆਂ ਦੀਆਂ ਜਿਹੜੀਆਂ ਰੁੱਖੀਆਂ ਜਟਾਂ ਨੇ ਉਹਨਾਂ ਨਾਲ ਨਹੀਂ ਜੋੜ ਸਕਦੇ, ਕਿਉਂਕਿ ਉਹਨਾਂ ਦੇ ਵਿੱਚ ਨਾਮ ਦੀ ਸੂਖਮਤਾ ਨਹੀਂ ਹੈਗੀ, ਨਾਮ ਦਾ ਸੋਹਜ ਨਹੀਂ ਹੈਗਾ, ਉਹਨਾਂ ਚ ਇੱਕ ਅਖੜਪੁਣਾ। ਉਹ ਜਟਾ ਉਹਨਾਂ ਦੀ ਫਿਤਰਤ ਨੂੰ ਵੀ ਜ਼ਾਹਰ ਕਰਦੀ ਹੈ ਕਿ ਉਹਦੇ ਵਿੱਚ ਕੋਈ ਈਗੋ ਵੀ ਹੈ, ਕੋਈ ਰਫਨੈਸ ਵੀ ਹੈ। ਜਦੋਂ ਸਿੱਖ ਦੇ ਕੇਸ ਤੇ, ਇਸ ਕਰਕੇ ਅੱਜ ਵੀ ਇੱਕ ਬਜ਼ੁਰਗ ਕੁੱਟਿਆ, ਬਹੁਤ ਬਜ਼ੁਰਗ ਉਹਨੂੰ ਇਕੱਠੇ ਹੋ ਕੇ ਕੁੱਟ ਰਹੇ ਨੇ, ਉਹ ਡੰਗਰ ਹੀ ਨੇ, ਇੱਕ ਬੰਦੇ ਨੂੰ ਇਕੱਠੇ ਹੋ ਕੇ ਕੁੱਟਦੇ ਹੁੰਦੇ ਨੇ, ਉਹ ਤਾਂ ਗਿਲਜਾਂ ਹੀ ਪੈਂਦੀਆਂ ਹੁੰਦੀਆਂ ਨੇ। ਬੰਦਿਆਂ ਦੇ ਰੂਪ ਚ ਸੰਖ, ਚੋਰ, ਹਰਾਮ ਖੋਰੋ, ਗਿਲਜਾਂ ਨੂੰ ਵੀ ਰੱਦੀ ਨੇ। ਇੱਕ ਸਿੱਖ ਨੂੰ ਕੁੱਟਣਾ ਇੱਕ ਚੀਚੀਆਂ ਲੈਣ ਵਾਲੀ ਗੱਲ ਆ, ਵੀ ਪੇਸ਼ ਨਾ ਜਾਂਦੀ ਹੋਵੇ, ਇਹੋ ਜਿਹੀ ਗੱਲ ਹੀ ਹੈ। ਤੇ ਇਹਦਾ ਵੀ ਹੱਲ ਕੋਈ ਅੱਗੇ ਹੋ ਜਾਊਗਾ, ਪਰ ਸਿੱਖਾਂ ਨੂੰ ਥੋੜੇ ਜਿਹੇ ਢੰਗ ਘੱਟ ਹੁੰਦੇ ਨੇ। ਇਹ ਜਿਹੀਆਂ 8-7 ਇਕੱਠੀਆਂ ਬਣਾ ਕੇ, ਰੈਜ਼ੋਲੂਸ਼ਨ ਪਾ ਕੇ ਪਾਰਲੀਮੈਂਟਾਂ ਦੇ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਦਿੱਤੀਆਂ ਜਾਣ, ਜਾਂ ਉਹਨਾਂ ਦੀ ਪਾਰਲੀਮੈਂਟ ਦਾ ਜਿਹੜਾ ਸੋਰਸ ਹੈ ਉਹਦੇ ਵਿੱਚ ਪਾ ਦਿੱਤੀਆਂ ਜਾ ਸਕਦੀਆਂ ਨੇ। ਕਿਉਂਕਿ ਮੈਂ ਉਹਦੇ ਵਿੱਚ ਇੱਕ ਵਾਰੀ ਆਰਟੀਕਲ ਪਾਇਆ ਸੀ, ਉਹ ਬਹੁਤ ਪ੍ਰਵਾਨ ਹੋਇਆ। ਜਦੋਂ ਪਾਉਂਦੇ ਹੋ, ਜੇ ਉਹਦੇ ਚ ਕੋਈ ਆਥੈਂਟਿਕ ਗੱਲ ਆ ਕਿਸੇ ਵੀ ਕਿਸਮ ਦੀ, ਫਿਰ ਉਹ ਐਕਸ਼ਨ ਲੈਂਦੇ, ਫਿਰ ਉਹਨਾਂ ਦੀ ਮੋਰਲ ਜ਼ਿੰਮੇਵਾਰੀ ਬਣਦੀ ਹੈ। ਨਹੀਂ ਇੱਥੇ ਜਿੰਨਾ ਮਰਜ਼ੀ ਚੀਕਾਂ ਮਾਰੀ ਜਾਓ,
ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਜਾਂ ਗਿੱਦੜਾ ਵਾਂਗੂ ਰੋਈ ਜਨਾ, ਦੇਖੋ ਜੀ ਅੱਜ ਆਹ ਹੋ ਗਿਆ, ਅੱਜ ਇੱਧਰੋਂ ਹੋ ਗਿਆ। ਇਹ ਤਾਂ ਤੁਹਾਨੂੰ ਖਿਜਾਉਂਦੇ ਹੀ ਨੇ। ਉਹ ਜਾਂ ਤਾਂ ਜਰੀ ਜਾਓ ਤੇ ਜਾਂ ਟਿਕਾਣੇ ਇਹਦੀ ਸ਼ਿਕਾਇਤ ਕਰੋ। ਗਿੱਦੜਾ ਵਾਂਗੂ ਰੋਣ ਨਾਲ ਤਾਂ ਉਹਨਾਂ ਨੂੰ ਤੁਸੀਂ ਹੋਰ ਹੌਸਲਾ ਦਿੰਦੇ ਹੋ। ਹੈ ਪਰ ਚਸ਼ਮਾ ਖਾਸ ਜਿਹਦਾ ਨਾ ਸੁੱਖ ਦਾ, ਉਹਦਾ ਜਿਹੜਾ ਵਿਸ਼ੇਸ਼ ਚਸ਼ਮਾ ਇਹ ਬਲੀ ਕੰਧਾਰੀ ਵੇਲੇ ਵੀ ਫੁੱਟਿਆ ਸੀ। ਜਦੋਂ ਉਹਨੇ ਗੁਰੂ ਸਾਹਿਬ ਨੂੰ ਪਾਣੀ ਤੋਂ ਮਰਦਾਨੇ ਨੂੰ ਮੋੜ ਦਿੱਤਾ ਸੀ। ਪੰਜਾ ਸਾਹਿਬ ਦੀ ਜੋ ਪਹਾੜੀ ਆ, ਉੱਥੇ ਜਿਹੜਾ ਬਲੀ ਕੰਧਾਰ ਦਾ ਸੀਗਾ ਆਪਣਾ ਫਕੀਰ, ਉਹ ਕਹਿੰਦਾ ਜੇ ਏਡਾ ਹੀ ਗੁਰੂ ਆਪ ਹੀ ਪਾਣੀ ਪੈਦਾ ਕਰ ਲਵੇ। ਉਹਨਾਂ ਨੇ ਫਿਰ ਉਹ ਚਸ਼ਮਾ ਉੱਥੋਂ ਵਗਾਇਆ। ਉਹ ਅੱਜ ਵੀ ਵਗਦਾ। ਬੂਟੇ ਸ਼ਾਹ ਨੇ ਲਿਖਿਆ, ਕਹਿੰਦਾ ਰੋਹਤਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਚਸ਼ਮਾ ਵਗਾਇਆ। ਸ਼ੇਰ ਸ਼ਾਹ ਸੂਰੀ ਆਪਦੇ ਮਹੱਲ ਵਿੱਚ ਉਹਨੂੰ ਪੱਟ ਕੇ ਉਧਰ ਨੂੰ ਲੈ ਜਾ ਕਰੇ। ਕਹਿੰਦਾ ਉਹ ਮਹੱਲ ਪ੍ਰਵਾਨ ਹੀ ਨਹੀਂ ਕੀਤਾ ਉਹਨੇ। ਕਹਿੰਦਾ ਉਹ ਫੇਰ ਵਰਾ ਬਦਲ ਲਿਆ ਕਰੇ। ਉਹਨੇ ਜ਼ੋਰ ਲਾ ਲਿਆ, ਕਹਿੰਦਾ ਪੱਕਾ ਕਰ ਕਰਕੇ ਵੀ ਲਿਆਂਦਾ। ਕਹਿੰਦਾ ਉਹਨੇ ਨਹੀਂ ਪ੍ਰਵਾਨ ਕੀਤਾ। ਇਹ ਅਮਰ ਚਸ਼ਮਾ ਇਹ ਛੋਟੇ ਰੂਪ ਚ ਵੀ ਵਗਦਾ। ਇਹਦਾ ਵੱਡਾ ਅਮੁੱਲ ਕਿਸਮ ਦਾ ਭੰਡਾਰ ਵੀ ਆ। ਅਮੁੱਲ ਕਿਸਮ ਦਾ ਸੋਰਸ ਅਮੁੱਕ ਕਿਸਮ ਦਾ ਵੀ ਹੈ। ਭਾਵੇਂ ਛੋਟੇ ਰੂਪ ਚ ਵਗਦਾ, ਉਦੋਂ ਵੀ ਅਮੁੱਕ ਸੋਮਿਆਂ ਨਾਲ ਜੁੜਿਆ। ਭਾਵੇਂ ਵੱਡੇ ਰੂਪ ਚ ਵਗਦਾ, ਪਰ ਇਹ ਅਮੁੱਲ ਦਾਤ ਦੇ ਨਾਲ ਜੁੜਿਆ ਹੋਇਆ। ਨੈਣੀ ਕਰੇ ਨਿਵਾਸ ਕਦੇ ਨਾ ਮੁੱਕਦਾ। ਇਹ ਖਾਲਸੇ ਦੀਆਂ ਨੈਣਾ ਤੱਕ ਵੀ ਇਹ ਚਸ਼ਮਾ ਵਗਦਾ। ਇਹਦੀ ਜਿਹੜੀ ਤੰਦਰੁਸਤੀ ਹੈ, ਇਹਦੀ ਜਿਹੜੀ ਮੂਵਮੈਂਟ ਆ, ਉਹਦੀਆਂ ਅੱਖਾਂ ਤੱਕ ਵੀ ਜਰਮਿੰਗ ਕਰ ਰਹੀ ਹੈ ਉਹਦੇ ਸਰੀਰ ਦੇ ਵਿੱਚ ਅਭੇਦ ਆ। ਚਸ਼ਮਾ ਅੰਮ੍ਰਿਤ ਕੁੰਡ ਛੋ ਜੋ ਠਾਰਦਾ। ਉਹ ਚਸ਼ਮਾ ਜਿਹੜਾ ਕਦੇ ਦ੍ਰਿਸ਼ਟਾ ਕਦੇ ਦਿਸਦਾ, ਉਹ ਅੰਮ੍ਰਿਤ ਦਾ ਜਿਹੜਾ ਬਾਟਾ ਉਹਨੂੰ ਵੀ ਠੰਡਕ ਦੇ ਰਿਹਾ। ਇਲਾਹੀ ਠੰਡਕ, ਇੱਕ ਆਨੰਦ ਵਾਲੀ ਠੰਡਕ ਜਿਹੜੀ ਆਰਾਮ ਹੀ ਆਰਾਮ ਹੋਵੇ। ਚਸ਼ਮਾ ਅੰਮ੍ਰਿਤ ਕੁੰਡ ਛੋ ਜੋ ਠਾਰਦਾ। ਗੈਬ ਚ ਬਿਮਲ ਸਮੁੰਦ ਠਾਠਾ ਮਾਰਦਾ। ਪਰ ਇਹਦੇ ਅਦ੍ਰਿਸ਼ਟ ਰੂਪ ਦੇ ਵਿੱਚ ਇੱਕ ਅੰਮ੍ਰਿਤ ਰੂਪ ਪਵਿੱਤਰ ਕਿਸਮ ਦਾ ਸਮੁੰਦਰ ਠਾਠਾ ਮਾਰਦਾ। ਉਹਦੇ ਚੋਂ ਇਹ ਚਸ਼ਮਾ ਹੈ। ਇਹ ਚਸ਼ਮੇ ਦਾ ਸੋਰਸ ਅਮੁੱਕ ਆ। ਭਾਵੇਂ ਬਾਟਾ ਆਕਾਰ ਚ ਛੋਟਾ, ਪਰ ਉਹਨੇ ਸੰਭਾਲੀ ਹੋਈ ਜਿਹੜੀ ਚੀਜ਼ ਆ ਉਹ ਅਕਥ ਕਿਸਮ ਦੀ ਹੈ। ਉਹਦੇ ਪਿੱਛੇ ਅਕਥ ਸੋਰਸ ਸੋਮੇ ਅਮੁੱਕ ਨੇ। ਉਹ ਰੱਬ ਦੀ ਦਾਤ ਨਾਲ ਜੁੜੀ ਹੋਈ ਹੈ, ਬਖਸ਼ਿਸ਼ ਦੇ ਨਾਲ, ਕਲੀਮੈਂਸੀ ਰਹਿਮ ਦੇ ਨਾਲ ਜੁੜੀ ਹੋਈ ਹੈ। ਦੂਰ ਭਗੇ ਮਗ ਗਹਿਰੇ ਅੰਮ੍ਰਿਤ ਨਾਮ ਜੋ। ਅੰਮ੍ਰਿਤ ਦਾ ਜੋ ਨਾਂ ਹੈ, ਅੰਮ੍ਰਿਤ ਦੇ ਨਾਮ ਦੇ ਉੱਤੇ ਦੂਰ ਤੱਕ ਵੱਡੇ ਰਸਤਿਆਂ ਦੇ ਵਿੱਚ ਇਹ ਅੰਮ੍ਰਿਤ ਰੂਪ ਹੈ ਜਿਹੜੇ ਚਸ਼ਮੇ ਵਗ ਰਹੇ ਨੇ, ਜਿਆਦਾ ਫਲੋ ਚੱਲ ਰਿਹਾ। ਦੂਰ ਬਗੇ ਮਗ ਗਹਿਰੇ ਅੰਮ੍ਰਿਤ ਨਾਮ ਜੋ। ਉਧਰ ਅਸ਼ੋ ਪਰ ਲਹਿਰੇ ਰਾਜ਼ ਤਮਾਮ ਹੋ। ਦੂਰ ਦੀਆਂ ਜਿਹੜੀਆਂ ਥਾਵਾਂ ਨੇ ਉੱਥੇ ਅਨਟੱਚਡ ਅਸ਼ੋ ਕਿਸਮ ਦੇ, ਜਿਹੜੇ ਸਪਰਸ਼ ਹੀ ਨਹੀਂ ਕੀਤੇ ਕਿਸੇ ਪ੍ਰੇਅਰ ਜਾਂ ਧਰਮ ਨੇ, ਉਹ ਜਿਹੜੇ ਰਾਜ ਤਮਾਮ ਹੋ, ਅਨੰਤ ਕਿਸਮ ਦੇ, ਅਨੇਕ ਕਿਸਮ ਦੇ, ਅਣਗਿਣਤ ਕਿਸਮ ਦੇ ਭੇਦ ਨੇ ਜਿਹੜੇ ਟੱਚ ਹੀ ਨਹੀਂ ਪਹਿਲਾਂ ਕੀਤੇ ਗਏ। ਅਸ਼ੋ ਨੇ ਜਿਹੜੇ ਉਹ ਉਧਰ ਲਹਿਰ ਰਹੇ।
ਆਪ ਗੁਰੂ ਦੀ ਅਰਦਾਸ, ਗੁਰੂ ਦਾ ਅੰਮ੍ਰਿਤ, ਗੁਰੂ ਗ੍ਰੰਥ ਸਾਹਿਬ ਖਾਲਸਾ ਉਸ ਅਨਟੱਚਡ ਅਸ਼ੋਥਾਵਾਂ ਨਾਲ ਜੁੜਿਆ, ਜਿਹੜੀਆਂ ਪ੍ਰੇਅਰ ਦੇ ਰੂਪ ਚ ਆ, ਜਿਹੜੀਆਂ ਬਲੈਸਿੰਗ ਚ ਆ ਗਈਆਂ, ਜਿਹੜੀਆਂ ਕਦੇ ਛੇੜੀਆਂ ਹੀ ਨਹੀਂ ਸੀ ਗਈਆਂ, ਜਿਨ੍ਹਾਂ ਤੱਕ ਪੈਗੰਬਰਾਂ ਦੇ ਅਨੁਭਵ ਇਲਹਾਮ ਨਹੀਂ ਪਹੁੰਚੇ ਸੀ, ਉਹ ਵੀ ਇਸ ਪ੍ਰੇਅਰ ਵਿੱਚ ਚੀਜ਼ਾਂ। ਇਸੇ ਕਰਕੇ ਪੂਰਨ ਸਿੰਘ ਬਹੁਤ ਥਾਵਾਂ ਤੇ ਥਾਂ ਲਿਖਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰੇਅਰ ਹੈ, ਇਹਦੇ ਪੋਰਸ਼ਨਸ ਹੀ ਨੇ, ਬਾਕੀ ਧਰਮਾਂ ਚ ਹਿੱਸੇ ਹੀ ਮਿਲਦੇ ਨੇ, ਕਿਸੇ ਚ ਬਹੁਤ ਜ਼ਿਆਦਾ ਮਿਲਦੇ ਨੇ, ਕਿਸੇ ਚ ਘੱਟ, ਪਰ ਪੂਰਾ ਇਹਦੇ ਬਰਾਬਰ ਕਿਤੇ ਵੀ ਨਹੀਂ ਜਿੰਨੇ ਇਸ ਧਰਮ ਗ੍ਰੰਥ ਦੇ ਵਿੱਚ ਉਪਲਬਧ ਨੇ। ਉਹਨੇ ਲਿਖਿਆ ਵੀ ਬਹੁਤ ਕਮਾਲ ਹੈ, ਉਹਦੇ ਵਿੱਚ ਨਾਮ ਦੀ ਬਰਕਤ ਆ, ਨਾਮ ਗੁਰੂ ਦੀ ਨੇੜਤਾ ਹੁੰਦੀ ਆ। ਨਾਮ ਤੇ ਉਹ ਲਿਖਦਾ ਜਿਹੜਾ ਡਾਇਰੈਕਟ ਗੁਰੂ ਨਾਲ ਜੁੜਿਆ ਹੋਇਆ, ਸ਼ਬਦ ਤੇ ਉਹ ਜ਼ਿਆਦਾ ਲਿਖਦਾ ਜਿਹੜਾ ਗੁਰੂ ਦੇ ਨਾਮ ਤੇ ਜੋ ਆਏ ਸ਼ਬਦ ਨਾਲ ਜੁੜਿਆ। ਦੋਨਾਂ ਦਾ ਫਰਕ, ਸ਼ਬਦ ਤੇ ਲਿਖਣ ਵਾਲੇ ਨਾਲੋਂ ਨਾਮ ਤੇ ਜੁੜਨ ਵਾਲੇ ਦੇ ਵਿੱਚ ਸੇਂਟਹੁੱਡ ਵੱਡੀ ਹੁੰਦੀ ਹੈ। ਜਿਹੜਾ ਪੈਗੰਬਰ ਨਾਲ ਡਾਇਰੈਕਟ ਜੁੜਿਆ, ਉਹ ਨਾਮ ਦੀ ਪੂੰਜੀ ਨਾਲ ਜੁੜਿਆ, ਉਹਦੇ ਵਿੱਚ ਬਲੈਸਿੰਗ ਜ਼ਿਆਦਾ ਹੁੰਦੀ ਤੇ ਉਹਦੇ ਵਿੱਚ ਸੇਂਟਹੁੱਡ ਵੀ ਵੱਡੀ ਹੋ। ਠੀਕ ਹੈ ਜੀ। ਜਿਵੇਂ ਪੂਰਨ ਸਿੰਘ, ਮੌਲਾਨਾ ਰੂਮੀ, ਇਹ ਹਰਿੰਦਰ ਮਹਿਬੂਬ ਤੇ ਡਾਂਟੇ ਨਾਲੋਂ ਸੇਂਟ ਵੱਡੇ ਨੇ, ਇਹ ਉਹਦੇ ਸੇਂਟ ਨਹੀਂ ਹੈਗੇ। ਡਾਂਟੇ ਤੇ ਹਰਿੰਦਰ ਮਿਲਦੇ ਨੇ, ਜੀਨੀਅਸ ਨੇ, ਬਹੁਤ ਵੱਡੇ, ਫਕੀਰ ਤਾਂ ਕਹਿ ਸਕਦੇ ਆ, ਪਰ ਇਹਨਾਂ ਜਿਹੜੀ ਜਿਵੇਂ ਸੀਵੀ ਰੋਮਨ ਚੱਲ ਕੇ ਰਾਤ ਕੱਟੀ, ਉਹਨੇ ਪੂਰਨ ਸਿੰਘ ਕੋਲੇ ਆਇਆ, ਬਕਾਇਦਾ ਸਰੋਜਨੀ ਨਾਇਡੂ ਤਾਂ ਆਈ ਹੋਈ ਰਹਿੰਦੀ ਸੀ, ਕਿਉਂਕਿ ਉਹਦੇ ਵਿੱਚ ਸੇਂਟਹੁੱਡ ਸੀ ਬਹੁਤ ਵੱਡੀ। ਉਹਦੀ ਲਾਈਫ ਵੀ ਪੜ੍ਹ ਕੇ ਦੇਖੋ, ਸੇਂਟਹੁੱਡ ਬਹੁਤ, ਹਰਿੰਦਰ ਦੀ ਲਾਈਫ ਵੀ ਬਥੇਰੀ ਵੱਡੀ ਆ, ਪਰ ਫਿਰ ਵੀ ਇੱਕ ਫਰਕ ਹੁੰਦਾ। ਜਿਵੇਂ ਮਿਊਜ਼ਿਕ ਆਫ ਦੀ ਸੋਲ ਚੈਪਟਰ ਉਹਨੇ ਲਿਖਿਆ ਕਿ ਗੁਰਬਾਣੀ ਦਾ ਜ਼ਹੂਰ ਸੰਗਤ ਕੀ ਆ, ਉਹ ਬਹੁਤ ਕਮਾਲ ਆ। ਮੈਂ ਪਹਿਲਾਂ ਵੀ ਦੱਸਿਆ, ਹਰਿੰਦਰ ਨੇ ਇਹਦਾ ਜ਼ਿਕਰ ਵੀ ਕੀਤਾ ਕਈ ਥਾਵਾਂ ਤੇ ਕਿ ਇਸ ਤਰ੍ਹਾਂ ਦੀ ਸਿੱਖ ਪ੍ਰੇਅਰ ਚ 8ਵੀਂ ਕਿਤਾਬ ਵੀ ਕੀਤਾ ਸ਼ਮਸ਼ੀਰਾਂ ਦੇ ਬਜਟ ਚ, ਕਿ ਇਸ ਤਰ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਪ੍ਰੇਅਰ ਦਾ ਜ਼ਹੂਰ ਕਿਤੇ ਵੀ ਨਹੀਂ ਹੋਇਆ। ਉਹਨਾਂ ਨੇ ਖੁਦ ਲਿਖਿਆ, ਪਰਲਸ ਬਕ ਦੇ ਵੀ ਉੱਥੇ ਖਿਆਲ ਦਿੱਤੇ ਨੇ, ਟੋਇਨਬੀ ਦੇ ਵੀ ਦਿੱਤੇ ਨੇ, ਤੇ ਉੱਥੇ ਉਹਨੇ ਆ ਜਿਹੜੇ ਹੀਗਲ ਵਰਗੇ ਨੇ, ਇਹਨਾਂ ਦੇ ਦੱਸੇ ਨੇ ਹਿੰਦੂ ਧਰਮ ਬਾਰੇ, ਕਿ ਹਿੰਦੂ ਧਰਮ ਨੇ ਕਦੇ ਵੀ ਜਿਹੜਾ ਬ੍ਰਹਮਾ ਨੂੰ ਅਮਲ ਵਿੱਚ ਨਹੀਂ ਲਿਆਂਦਾ। ਅਭਾਗਾ ਹਿੰਦੂ, ਕਰਸਡ ਹਿੰਦੂ ਲਿਖਿਆ ਹੋਇਆ, ਲੰਗੂਰ ਬਾਂਦਰ ਨੂੰ ਪੂਜੀ ਜਾਂਦਾ, ਉਹਨੇ ਤਾਂ ਕਿਸੇ ਅਨੁਭਵ ਦੇ ਵਿੱਚੋਂ ਹੀ ਲਿਖਿਆ। ਤੇ ਇਹ ਚੀਜ਼ਾਂ ਅਮਲ ਦੇ ਵਿੱਚ ਨਹੀਂ ਆਈਆਂ ਇਸ ਤਰ੍ਹਾਂ, ਤੇ ਇਹ ਰਾਈਟਰਸ ਦੇ ਵਿੱਚ ਫਰਕ ਹੁੰਦੇ ਨੇ। ਸੇਂਟ ਰਾਈਟਰ ਜਿਵੇਂ ਮੌਲਾਨਾ ਰੂਮੀ ਬਹੁਤ ਵੱਡਾ ਸੇਂਟ ਆ, ਉਹ ਵੀ ਉਹਦੇ ਚ ਵੀ ਬਲੈਸਿੰਗ ਆ। ਉਸਨੂੰ ਵੀ ਪੜੋ, ਡਾਕਟਰ ਇਕਬਾਲ ਨੂੰ ਵੀ ਪੜੋ, ਡਾਕਟਰ ਇਕਬਾਲ ਤੋਂ ਨਹੀਂ ਬਲੈਸਿੰਗ ਨਹੀਂ ਹੈਗੀ। ਪੜ੍ਹ ਲਓ, ਤੁਸੀਂ ਦੇਖ ਲਓ, ਸਟੱਡੀ ਕਰਕੇ ਦੇਖ ਲਓ, ਉਹਦੇ ਚ ਸੇਂਟਹੁੱਡ ਵੱਡੀ ਹੈ। ਡਾਕਟਰ ਇਕਬਾਲ ਚ ਸੇਂਟ ਮੌਲਾਨਾ ਰੂਮੀ ਜਿਹੜਾ। ਧਰਮ ਥਾਲ ਵੱਲ ਤੈਰੇ ਦਿਲ ਦੇ ਧਾਮ ਤੋਂ, ਉਹ ਜਿਹੜੇ ਅਸ਼ੋਕ ਕਿਸਮ ਦੇ ਰਸਤੇ ਨੇ, ਅੰਮ੍ਰਿਤ ਨਾਮ ਨੇ, ਜੋ ਜਿਨ੍ਹਾਂ ਦੇ ਨਾਲ ਅਸ਼ੋਕ ਕਿਸਮ ਦੇ तमाम ਰਾਜ ਭੇਦ ਨੇ, ਉਹ ਭੇਦ ਬਲਾਸਮ ਹੋ ਕੇ ਵੱਖ-ਵੱਖ ਤਰ੍ਹਾਂ ਦੀਆਂ ਮਿਸਟਰੀਜ਼ ਨੂੰ ਜ਼ਾਹਰ ਕਰ ਰਹੇ ਨੇ, ਕਿਤੇ ਇਸ਼ਾਰੇ ਦੇ ਰਹੇ ਨੇ। ਭੇਦ ਦੇ ਵੀ ਅੰਦਾਜ਼ ਬਹੁਤ ਨੇ, ਜਿਹੜਾ ਇੱਕ ਅੰਦਾਜ਼ ਹੁੰਦਾ, ਕਈ ਵਾਰੀ ਚੁੱਪ ਚੋਂ ਹੀ ਦੱਸਦਾ, ਕਈ ਵਾਰੀ ਕਿਸੇ ਸਾਊਂਡ ਚੋਂ ਆਉਂਦਾ, ਕਈ ਵਾਰੀ ਕਿਸੇ ਦੂਰੀ ਤੋਂ ਮਹਿਸੂਸ ਹੁੰਦਾ, ਇੰਕਲਿੰਗਸ ਦੇ ਰਾਹੀਂ। ਉਹ ਇਸ ਤਰ੍ਹਾਂ ਦੇ ਭੇਦ ਨੇ
ਧਰਮਸਾਲ ਵੱਲ ਤੈਰੇ ਦਿਲ ਦੇ ਧਾਮ ਤੋਂ। ਫਿਰ ਉਹ ਧਰਤੀ ਧਰਮਸਾਲ ਵੱਲ ਆਪਦਾ ਸਫ਼ਰ ਸ਼ੁਰੂ ਕਰ ਲੈਂਦੇ ਨੇ। ਪੰਜਾਂ ਪਿਆਰਿਆਂ ਦੇ ਦਿਲਾਂ ਦੇ ਜਿੱਥੋਂ ਤੱਕ ਵੀ ਅਬੋਡ ਘਰ ਨੇ, ਉਹਨਾਂ ਨੂੰ ਨਿਰਮਲ ਕਰਕੇ, ਉਹਨਾਂ ਨੂੰ ਅੰਮ੍ਰਿਤ ਰੂਪ ਦੇ ਵਿੱਚ ਅਭੇਦ ਕਰਕੇ, ਨਿੰਬਲ ਕਰਕੇ, ਪਵਿੱਤਰ ਕਰਕੇ, ਫਿਰ ਉਹ ਧਰਤੀ ਧਰਮਸਾਲ ਨੂੰ ਵੀ ਉਹੀ ਰੂਪ ਬਣਾ ਲੈ। ਠੀਕ ਹੈ ਨਾ? ਅੰਮ੍ਰਿਤ ਬਾਟੇ ਠਹਿਰੇ ਚੁੱਪ ਨਿਸ਼ਾਨ। ਅੰਮ੍ਰਿਤ ਦੇ ਬਾਟੇ ਦੇ ਵਿੱਚ ਵੀ ਮੂਕ ਹੋ ਕੇ ਟਿਕੇ ਹੋਏ ਨੇ, ਕਿਉਂਕਿ ਅੰਮ੍ਰਿਤ ਇੱਕ ਥਾਂ ਤੇ ਹੈ। ਅੰਮ੍ਰਿਤ ਇੱਕ ਚਖਿਆ ਜਾਣਾ, ਉਹਨੇ ਖਾਲਸੇ ਨੂੰ ਆਪਣੇ ਰੂਪ ਵਿੱਚ ਲੈ ਕੇ ਆਉਣਾ, ਆਪਣੀ ਬਲੈਸਿੰਗ ਚ ਲੈ ਕੇ ਆਉਣਾ। ਉਹ ਸੈਂਟਰ ਤੇ ਵੀ ਇੱਕ ਮਿੰਟ ਉੱਥੇ ਸਾਇਲੈਂਟ, ਕਿਉਂਕਿ ਉੱਥੇ ਸਾਇਲੈਂਟ ਹੀ ਫੱਕਦੇ। ਜਿੱਥੇ ਉਹਨਾਂ ਦੀ ਜੋਤ ਆ ਫੱਕਦੀ ਆ ਰੱਬ ਦੇ ਨੇਮ ਚ, ਉਹ ਉਸੇ ਖੂਬਸੂਰਤ ਅਦਾ ਦੇ ਵਿੱਚ ਕਾਰਜ ਛੇ। ਕੰਪਨ ਉਹਦੀ ਅਰੂਪ ਦਇਦ ਸਚੀਰ ਦੀ, ਉਹਦੀ ਜਿਹੜੀ ਲਰਜਿਸ਼ ਆ, ਉਹਦਾ ਜਿਹੜਾ ਸੰਗੀਤ ਦੀ ਸ਼ਡਰ ਆ, ਥਰਥਰਾਹਟ, ਉਹ ਵਿਲੱਖਣ ਕਿਸਮ ਦੀ ਆ, ਜਿਹੜੀ ਪਹਿਲਾਂ ਕਿਤੇ ਨਹੀਂ ਆਈ। ਉਹ ਇੱਕ ਅਣਦੇਖੀ ਚੀਜ਼ ਆ, ਅਣਛੋਹੀ ਚੀਜ਼ ਆ। ਕੰਪਨ ਉਹਦੀ ਰੂਪ, ਉਹ ਇੱਕ ਪਕੂਲੀਅਰ ਕਿਸਮ ਦੀ ਆ ਉਹਦੀ, ਕਿਉਂਕਿ ਸੰਗੀਤ ਧਰਤੀ ਦਾ ਨਹੀਂ, ਰੱਬ ਦੇ ਘਰੋਂ ਆਇਆ। ਜਿੱਥੋਂ ਸ਼ਬਦ ਆਇਆ ਉੱਥੋਂ ਹੀ ਬਾਕੀ ਚੀਜ਼ਾਂ ਆਈਆਂ, ਉੱਥੋਂ ਹੀ ਇਹ ਸੰਗੀਤ ਆਇਆ। ਇਹਦੀ ਕੰਪਨ ਵੀ ਇਲਾਹੀ ਆ, ਧਰਤੀ ਦੀ ਕੰਪਨ ਨਹੀਂ। ਜਿੰਨਾ ਮਰਜ਼ੀ ਦੁਨੀਆ ਦਾ ਸੰਗੀਤ ਵਧੀਆ, ਪਵਿੱਤਰ ਵੀ ਬਥੇਰਾ, ਪਰ ਗੁਰਬਾਣੀ ਦੇ ਸੰਗੀਤ ਨਾਲ ਉਹਦਾ ਤਾਲਮੇਲ ਨਹੀਂ। ਇਹ ਤੇ ਜ਼ਿੰਦਗੀ ਚ ਸਰੀਰ ਚ ਵੀ ਵਸਦਾ। ਖਾਲਸੇ ਦਾ ਸਰੀਰ ਹੀ ਰਾਗ ਰੂਪ, ਸਰੀਰ ਹੀ ਉਹਦਾ ਮਿਊਜ਼ੀਕਲ ਐਕਸਪ੍ਰੈਸ਼ਨ, ਜਦੋਂ ਉਸ ਅਮਲ ਦੇ ਵਿੱਚ ਆ। ਇਸੇ ਕਰਕੇ ਇਹਦੇ ਵਿੱਚ ਜਿਹੜੀ ਸੋਲ ਆ, ਉਹਦੀ ਬਿਊਟੀ ਕਿਤੇ ਵੀ ਇਹਦੀ ਕੋਮਲਤਾ ਨੂੰ, ਇਹਦੇ ਸੁਹਜ ਨੂੰ ਭੰਗ ਨਹੀਂ ਕਰਦੀ। ਕਿ ਜਿਵੇਂ ਖੂਨਖਾਰ ਜਾਨਵਰ ਹੋ ਜਾਂਦੇ ਨੇ, ਬੰਦੇ ਮਾਰਨ ਵਾਲੇ ਖੂਨਖਾਰ ਹੋ ਜਾਂਦੇ ਨੇ, ਆ ਬਦਮਾਸ਼, ਅੱਖਾਂ ਗੰਦੀਆਂ ਹੋ ਜਾਂਦੀਆਂ ਨੇ, ਪਰ ਸਿੱਖ ਦਾ ਰੂਪ ਇਨੋਸੈਂਟ ਹੁੰਦਾ ਬਹੁਤ ਜ਼ਿਆਦਾ। ਉਹਦਾ ਪਿਆਰ ਆਊਗਾ ਸਿੱਖ। ਇਸੇ ਕਰਕੇ ਸਿੱਖ ਨੂੰ ਮਾਰਿਆ ਜਾ ਰਿਹਾ, ਕਿਉਂਕਿ ਉਹ ਬੰਦੇ ਨੇ, ਉਹ ਕਿਵੇਂ ਜਰ ਲੈਣ? ਉਹਨਾਂ ਦੀਆਂ ਤਾਂ ਸ਼ਕਲਾਂ ਹੀ ਨਹੀਂ ਇਹਨਾਂ ਨਾਲ ਰਲਦੀਆਂ, ਉਹ ਤਾਂ ਕਿਸੇ ਤਰ੍ਹਾਂ ਨਾਲ ਵੀ ਨਹੀਂ ਰਲਦੇ। ਤਾਂ ਸ਼ਾਨ ਹੀ ਇਹਦੀ ਹੋਰ ਹੈ। ਇਸ ਕਰਕੇ ਉਹ ਇਹਦੀ ਕਦੇ ਪੱਗ ਨੂੰ ਪੈਂਦੇ ਨੇ, ਕਦੇ ਦਾੜੀ ਨੂੰ ਪੈਂਦੇ ਨੇ, ਵੀ ਪਤਾ ਨਹੀਂ ਇੱਥੋਂ ਹੀ ਖਤਮ ਕਰ ਦਈਏ। ਉਹ ਤੇ ਕਿਤੇ ਹੋਰ ਹੀ ਬਸਦਾ, ਉਹਦੇ ਸਰੀਰ ਨਾਲ ਹੋ ਰਹੀਆਂ ਨੇ ਚੀਜ਼ਾਂ, ਉਹ ਪਤਾ ਨਹੀਂ ਕਿਹੜੇ ਪਾਸੇ ਕਿਹੜੀ ਚੀਜ਼ ਕਿਹੜੇ ਲੇਖੇ ਲੱਗ ਰਹੀ ਹੈ ਤੇ ਕਿਹੋ ਜਿਹੇ ਅਮਲ ਕਮਾ ਰਹੀ ਹੈ, ਤੇ ਕੋਈ ਕੁਝ ਸਾਹਮਣੇ ਹੋ। ਉਹ ਦੱਸੂਗਾ, ਟਾਈਮ ਆਏਗਾ। ਜੇ ਖਾਲਸਾ ਸਾਜਿਆ, ਐਡਾ ਗੁਰੂ ਗ੍ਰੰਥ ਸਾਹਿਬ ਪੈਦਾ ਹੋਇਆ, ਐਡੀ ਹਿਸਟਰੀ ਪੈਦਾ ਹੋਈ ਦੁਨੀਆ ਦੇ ਵਿੱਚ, ਹਰ ਥਾਂ ਦੇ ਉੱਤੇ ਸੇਵਾ ਚ ਨਿਭ ਰਿਹਾ, ਇਲਾਹੀ ਸੇਵਾ ਚ। ਫਿਰ ਇੱਥੇ ਵੀ ਜੋ ਕੁਝ ਜਿਹਨੂੰ ਚਾਹੀਦਾ ਹਾਜ਼ਰ ਹੋਣ ਵਾਲਾ ਹੀ, ਜਿਵੇਂ ਮਰਜ਼ੀ ਹੋ ਜਾਏ। ਕਿਉਂਕਿ ਜਿਹੜੀ ਡੈਸਟਨੀ ਆ, ਉਹ ਐਜ਼ਰਾ ਡੈਸਟਨੀ ਦਾ ਹੀ ਪ੍ਰੋਫਿਟ ਆ। ਉਹਦੇ ਵਿੱਚ ਇਬਨ ਅਲ ਅਰਬੀ ਦੇ ਵਿੱਚ ਉਹ ਕਹਿੰਦਾ ਸਾਰੀਆਂ ਚੀਜ਼ਾਂ ਦਾ ਭੇਤ ਪੈ ਜਾਂਦਾ, ਪ੍ਰੋਫਿਟਸ ਨੂੰ ਵੀ ਨਹੀਂ ਡੈਸਟਨੀ ਦਾ ਭੇਤ ਹੁੰਦਾ। ਇਹ ਤਾਂ ਉਦੋਂ ਹੀ ਹੁੰਦੀ ਆ ਜਦੋਂ ਬਸ ਬੰਦੇ ਨੂੰ ਜੋ ਚੀਜ਼ ਦਾ ਹੱਕਦਾਰ ਆ, ਬਸ ਉਹਨੂੰ ਉਵੇਂ ਪੈਣੀ। ਪਤਾ ਨਹੀਂ ਉੱਪਰਲਾ ਥੱਲੇ ਹੋ ਜਾਣਾ, ਥੱਲੇ ਵਾਲਾ ਉੱਪਰਲੇ ਹੋ ਜਾਣਾ, ਕੀ ਹੋ ਕਿਹੜੇ ਰੂਪ ਚ ਹੋਣਾ ਇਹ ਵੀ ਨਹੀਂ ਪਤਾ, ਕੋਈ ਪਤਾ। ਡੈਸਟਨੀ ਦੇ ਡਿਸੀਜ਼ਨ ਆਪਦੇ ਸ਼ੇਕਸਪੀਅਰ ਨੇ ਵੀ ਬਹੁਤ ਕਮਾਲ ਲਿਖੇ ਡੈਸਟਨੀ ਦੇ ਉੱਤੇ, ਆਪਦੇ ਨਾਟਕਾਂ ਚ ਬਹੁਤ ਕਿੰਗ ਲੀਅਰ ਕੀ ਕਮਾਲ, ਬਹੁਤ ਕਮਾਲ। ਕੰਪਨ ਉਹਦੀ ਰੂਪ
ਦਦ ਚੀਰਦੀ, ਚੀਰਨਾ ਨਹੀਂ ਕੋਈ ਪਾੜ ਕੇ ਚਲੀ ਜਾਂਦੀ ਹੈ, ਪੈਰ ਵਿੱਚ ਦੀ ਖੂਬਸੂਰਤੀ ਚ ਲੰਘਣਾ। ਜਿਵੇਂ ਪੂਰਨ ਸਿੰਘ ਨੇ ਲਿਖਿਆ, ਉਹਦੇ ਜਿਹੜੇ ਸ਼ਾਸਨ ਦੀ ਪੋਇਟਰੀ ਆ, ਐਰਨ ਪੈਰਸਡ ਆਇਰੋਜ਼ ਨੇ, ਜਿਵੇਂ ਇੱਕ ਪ੍ਰੋਫਿਟ ਦਾ ਰੂਹਾਨੀ ਤੀਰ ਗੁਜ਼ਰ ਜਾਵੇ, ਮਠਾਸ ਭਰੀ ਚੀਜ਼ ਕੋਈ ਵਿੱਚ ਦੀ ਪੈਰ ਗੁਜ਼ਰ ਜਾਵੇ, ਉਹ ਚੀਰਦੀ ਨਹੀਂ ਹੈਗੀ। ਚੀਰਨਾ ਉਹਦਾ ਰਸਤਾ, ਇਹ ਨਹੀਂ ਕੋਈ ਜ਼ਾਲਮਾ ਹੈ, ਉਹ ਵਿੱਚ ਦੀ ਲੰਘਦੀ ਆ। ਉੱਥੇ ਲਫ਼ਜ਼ ਨੇ ਵਰਤਿਆ ਤੇਜ਼ੀ ਨਾਲ, ਜਿਹਨੂੰ ਕੋਈ ਰੋਕ ਨਹੀਂ ਸਕਦਾ, ਉਹਦੇ ਚ ਇੰਨੀ ਸ਼ਾਰਪਨੈਸ, ਪਰ ਉਹ ਬਲੈਸ ਕਰਦੀ ਆ, ਉਹ ਬ੍ਰਾਈਟਨੈਸ ਲੈ ਕੇ ਆਉਂਦੀ ਹੈ, ਬਲੈਸਿੰਗ ਲੈ ਕੇ ਆਉਂਦੀ ਹੈ। ਜੋ ਕੁਝ ਚਾਹੀਦਾ, ਜੋ ਕੁਝ ਅਧੂਰਾ ਪਾਣਾ, ਉਹ ਉਸਨੂੰ ਪੂਰੇ ਚ ਲੈ ਕੇ ਆਉਂਦੀ ਹੈ। ਕਾਲ ਕਾਲ ਦੀ ਕੂਕ ਜਿੱਧਰ ਸੁਣ ਰਹੀ, ਜਿੱਧਰ ਵੀ ਸਮੇਂ ਦੀ ਕੋਈ ਫਰਿਆਦ ਸੁਣ ਰਹੀ ਆ, ਉਸੇ ਪਾਸੇ ਉਹ ਬਲੈਸਿੰਗ ਜਾ ਰਹੀ, ਉਹ ਪੈਰ ਸੋ ਕੇ ਉਹਦੇ ਵਿੱਚ ਦੀ ਗੁਜ਼ਰ ਰਹੀ ਹੈ। ਕੁਝ ਚੀਜ਼ਾਂ ਫਰਿਆਦ ਕਰ ਰਹੀਆਂ ਨੇ, ਕੁਝ ਚੀਜ਼ਾਂ ਹੱਕਦਾਰ ਨੇ, ਉਹਨਾਂ ਤੇ ਬਲੈਸਿੰਗ ਹੋ ਰਹੀ ਆ। ਅੰਮ੍ਰਿਤ ਦੀ ਦਾਤ ਦੇ ਰੂਪ ਨੇ, ਤੇ ਅੰਮ੍ਰਿਤ ਦਾ ਜਿਹੜਾ ਬਾਟਾ, ਇਹ ਉਹਦੇ ਹੀ ਸਾਰੇ ਭੇਦ। ਉਥੇ ਉਹਨੂੰ ਸਾਇਲੈਂਟ ਰੂਪ ਚ ਦੇਖਿਆ ਜਾ ਸਕਦਾ, ਬਾਕੀ ਉਹਨੂੰ ਬਲਸਮ ਰੂਪ ਦੇ ਵਿੱਚ ਅੱਡ ਅੱਡ ਤਰ੍ਹਾਂ ਨਾਲ, ਆਵਾਜ਼ਾਂ ਦੇ ਵਿੱਚ, ਬ੍ਰਾਈਟਨੈਸ ਦੇ ਵਿੱਚ, ਦਿਸ਼ਾਵਾਂ ਦੇ ਵਿੱਚ, ਕਿਸੇ ਤਰ੍ਹਾਂ ਅਨੇਕਾਂ ਤਰ੍ਹਾਂ ਨਾਲ ਉਹ ਵਗਦੇ ਫਲੋ ਦੇ ਵਿੱਚ ਦਿਸਦਾ। ਅਣਦਿਸ ਰਾਜ ਦੇ ਵਿੱਚ, ਉਹ ਰੂਪ ਦੇ ਵਿੱਚ ਵੀ ਦਿਸਦਾ। ਅੰਮ੍ਰਿਤ ਰੂਪ ਅਰੂਪ ਪੰਜਾਂ ਨਾਲ ਸੀ, ਨਭ ਜੰਬਸ਼ ਦੀ ਹੂਕ ਅੰਮ੍ਰਿਤ ਪਾਲਦੀ। ਅਸਮਾਨ ਦੀ ਜਿਹੜੀ ਠਰਸਟਾ ਹੂਕ, ਜਿਵੇਂ ਕੋਇਲ ਦੀ ਆਵਾਜ਼ ਹੁੰਦੀ ਆ, ਮੋਰ ਦੀ ਆਵਾਜ਼ ਹੁੰਦੀ ਆ, ਇਹਨਾਂ ਚ ਕੋਈ ਤਲਾਸ਼ ਹੁੰਦੀ ਆ, ਕੋਈ ਥਰਸਟ ਹੁੰਦੀ ਆ, ਪਿਆਸ ਹੁੰਦੀ ਆ। ਨਭ ਜੰਬਸ਼ ਦੀ ਹੂਕ, ਅਸਮਾਨ ਦਾ ਜਿਹੜਾ ਕਾਂਬਾ, ਉਹਦੇ ਵਿੱਚੋਂ ਇੱਕ ਥਰਸਟ, ਇੱਕ ਪਿਆਸ ਭਰੀ ਹੂਕ ਉੱਠਦੀ ਆ, ਆਵਾਜ਼ ਉੱਠਦੀ ਆ ਕਿ ਜਿਹੜਾ ਅਸਮਾਨ ਆ, ਉਹ ਵੀ ਰਾਗ ਰੂਪ ਜੁੰਬਸ਼ ਕਾਂਬਾ ਬਣ ਗਿਆ, ਇੱਕ ਸ਼ਡਰ ਬਣ ਗਿਆ, ਇੱਕ ਥਰਥਰਾਟ ਬਣ ਗਿਆ। ਤੇ ਅੰਮ੍ਰਿਤ ਦੀ ਤਲਾਸ਼ ਦੇ ਵਿੱਚ ਉਹਦੇ ਅੰਦਰ ਵੀ ਉਹ ਹੰਗਰ ਜਾਗੀ, ਕਿਉਂਕਿ ਇਹਨੂੰ ਹਰ ਚੀਜ਼ ਨੂੰ ਇਹਦੀ ਲੋੜ ਆ। ਧਰਤੀ ਧਰਮਸ਼ਾਲਾ, ਹਰ ਚੀਜ਼ ਨੇ ਆਪਣੀ ਆਪਣੀ ਤਰ੍ਹਾਂ ਨਾਲ ਅੰਮ੍ਰਿਤ ਦੇ ਵਿੱਚ ਸਾਬਤ ਹੋਣਾ, ਸਾਬਤ ਸਬੂਤ ਸੰਪੂਰਨ ਹੋਣਾ। ਜੁੰਬਸ਼ ਹੁੰਦਾ ਕਾਂਬਾ, ਕੰਪਨ, ਹਰਕਤ, ਅਸਮਾਨ ਦਾ ਕਾਂਬਾ ਹੂਕ ਰੂਪ ਦੇ ਵਿੱਚ, ਜਿਵੇਂ ਕੋਇਲ ਦੀ ਆਵਾਜ਼ ਹੂਕ ਚ ਹੁੰਦੀ ਆ, ਮੋਰ ਦੀ ਆਵਾਜ਼ ਜਿਹੜੀ ਕਿਸੇ ਤਲਾਸ਼ ਵਿੱਚ ਚੱਲਦੀ ਹੈ, ਜਿਹੜੀ ਅਸਮਾਨ ਧਰਤੀ ਤੋਂ ਅੱਗੇ ਪਾਰ ਅਸਮਾਨ ਲੈ ਜਾਂਦੀ ਹੈ। ਜਿਹੜਾ ਪਿੱਛੇ ਆਇਆ ਸੀ, ਕੋਇਲ ਦੀ ਜਿਹੜੀ ਆਵਾਜ਼ ਆ, ਉਹ ਕੱਲੀ ਕਿਸੇ ਦੂਰ ਦੀ ਤਲਾਸ਼ ਵਿੱਚ ਵੀ ਹੈ। ਨਾਦ ਨਾਦ ਫਿਰ ਨਾਦ, ਗੁਰ ਇਤਿਹਾਸ ਦਾ, ਗੁਰੂ ਦਾ ਜਿਹੜਾ ਇਤਿਹਾਸ ਆ, ਅਣਦਿਸਦਾ ਵੀ ਦਿਸਦਾ, ਅਣਦਿਸਦਾ ਦਿਸਦਾ ਬਣ ਜਾਂਦਾ, ਦਿਸਦਾ ਅਣਦਿਸ ਦੇ ਵਿੱਚ ਚਲਿਆ ਜਾਂਦਾ। ਜਦੋਂ ਦਿਸਦਾ ਉਹਨੂੰ ਪੂਰਾ ਨਹੀਂ ਸੰਭਾਲਦਾ, ਅਲੋਪ ਚ ਵੀ ਚਲਿਆ ਜਾਂਦਾ। ਜਿਵੇਂ ਖਾਲਸੇ ਦੇ ਬਹੁਤ ਰੂਪ ਅਣਦਿਸਦੇ ਹੀ ਰਹਿੰਦੇ ਨੇ, ਨਾਲੇ ਸਾਹਮਣੇ ਆ, ਫਿਰ ਵੀ ਉਹ ਅਣਦਿਸਦਾ। ਨਾਦ ਨਾਦ ਫਿਰ ਨਾਦ, ਗੁਰ ਇਤਿਹਾਸ ਦਾ, ਗੁਰ ਇਤਿਹਾਸ ਆ ਜਿਹੜਾ, ਉਹ ਰਾਗ ਰਾਗੀ ਹੋ ਗਿਆ। ਉਹ ਵਿਜ਼ੀਬਲ ਤੇ ਇਨਵਿਜ਼ੀਬਲ ਇਤਿਹਾਸ ਵੀ ਉਹ ਪਹਿਲਾਂ ਨਹੀਂ, ਉਹ ਗੁਰੂ ਇਤਿਹਾਸ ਆ। ਗੁਰੂ ਨਾਨਕ ਅੰਮ੍ਰਿਤ ਰੂਪ ਅਰੂਪ ਪੰਜਾਂ ਨਾਲ ਸੀ। ਅੰਮ੍ਰਿਤ ਦਾ ਉਹ ਵਿਲੱਖਣ ਕਿਸਮ ਦਾ, ਅਦਭੁਤ ਕਿਸਮ ਦਾ, ਵੀ ਛੋਟੇ ਲਫ਼ਜ਼ ਨੇ ਦੱਸਣ ਲਈ, ਉਹ ਤੇ ਕੋਈ ਇਕਾਥੀ ਆ, ਇੰਨਾ ਵਿਲੱਖਣ। ਉਹ ਪੰਜਾਂ ਦੇ ਹੀ ਨਾਲ ਸੀ, ਪੰਜ ਪਿਆਰਿਆਂ ਦੇ। ਨਭ ਜੁੰਬਸ਼ ਦੀ ਹੂਕ ਅੰਮ੍ਰਿਤ ਪਾਲਦੀ, ਉਹ ਪੰਜਾਂ ਚੋਂ ਅਸਮਾਨ ਵੀ ਇੱਕ ਰਾਗ ਰੂਪ ਸ਼ਡਰ ਬਣ ਕੇ, ਲਰਜਿਸ਼ ਬਣ ਕੇ
ਉਹ ਵੀ ਉਸ ਤਲਾਸ਼ ਪਰ ਤੁਰੇ। ਨਾਦ ਨਾਦ ਫਿਰ ਨਾਦ ਗੁਰ ਇਤਿਹਾਸ ਦਾ, ਗੁਰੂ ਦਾ ਇਤਿਹਾਸ ਹੀ ਗੁਰਬਾਣੀ ਦਾ, ਸ਼ਬਦ ਦਾ ਰਾਗ ਰੂਪ ਹੋ ਗਿਆ। ਰਾਗ ਰੂਪ ਕੀਰਤਨ ਰਾਗ ਉਹਦਾ ਸਭ ਤੋਂ ਬੇਮਿਸਾਲ, ਜਿਹਦੇ ਵਿੱਚ ਕੋਈ ਵਿਘਨ ਨਹੀਂ, ਜਿਹਦੇ ਵਿੱਚ ਕੋਈ ਕਮੀ ਨਹੀਂ, ਜਿਹਦੇ ਚ ਸੰਪੂਰਨਤਾ ਹੀ ਸੰਪੂਰਨਤਾ। ਗੁਰਬਾਣੀ ਦਾ ਰਾਗ ਉਦੋਂ ਹੀ ਆਉਂਦਾ ਜਦੋਂ ਸਾਰੇ ਪਾਸਿਆਂ ਤੋਂ ਸੰਪੂਰਨ, ਉਹਦੇ ਵਿੱਚ ਕੋਈ ਕਮੀ ਕਿਸੇ ਕਿਸਮ ਦੀ ਨਹੀਂ। ਕਰਦਾ ਪਿਆ ਆਵਾਜ਼ ਸੱਚ ਵਿਗਾਸ, ਉਹ ਧਰਤੀ ਨੂੰ ਆਬਾਦ ਹੀ ਨਹੀਂ ਕਰਦਾ, ਦਿਸਦੀਆਂ ਚੀਜ਼ਾਂ ਨੂੰ ਆਬਾਦ ਹੀ ਨਹੀਂ ਕਰ ਰਿਹਾ, ਉਹਦੇ ਵਿੱਚ ਸੱਚ ਦਾ ਵਿਗਾਸ ਪੈਦਾ ਕਰ ਰਿਹਾ, ਸੱਚ ਦਾ ਵਿਗਾਸ ਪੈਦਾ ਕਰ ਰਿਹਾ। ਵਿਗਾਸ ਉਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਜੋ ਸ਼ਬਦ ਸਗਾ ਦੀ ਕਿਤਾਬ ਆ, ਗੁਰੂ ਨਾਨਕ ਸਾਹਿਬ ਦੇ ਉੱਤੇ ਹਰਿੰਦਰ ਦੀ ਤੀਜੀ ਕਿਤਾਬ ਸਹਿਜੇ ਰਚੀ, ਉਹਦੇ ਵਿੱਚ ਵਿਗਾਸ ਹੈ ਜਿਹੜਾ ਉਹ 243 ਪੇਜ ਤੇ ਹੈ, 2 ਪੇਜਾਂ ਦੇ ਵਿੱਚ। ਕਿ ਵਿਗਾਸ ਕੀ ਆ? ਵਿਗਾਸ ਉਹ ਅਵਸਥਾ ਜਿਹੜੀ ਸਾਰੀਆਂ ਚੀਜ਼ਾਂ ਰੱਬ ਨੇ ਥਾਪਤੀਆਂ, ਹੁਕਮ ਥਾਪਤਾ, ਹੁਕਮ ਦੇ ਵਿੱਚ ਫਜ਼ਲ ਕਰਮ ਬਖਸ਼ਿਸ਼ ਥਾਪਤੀ, ਬਖਸ਼ਿਸ਼ ਦੇ ਨਾਲ ਨਿਆਂ ਵੀ ਥਾਪਤਾ, ਪਰ ਵਿਗਾਸ ਅਣਥਾਪਿਆ ਰਿਹਾ। ਜਿਹੜਾ ਵਿਗਾਸ ਹੈ ਉਹ ਵਿਗਾਸ ਜਦੋਂ ਜ਼ਰਾ ਸਮਾਨ ਚੀਜ਼ਾਂ ਦੇ ਨਾਲ ਇੱਕਮਿਕ ਹੁੰਦਾ, ਉਹਨਾਂ ਨੂੰ ਬੇਮਿਸਾਲ ਬਣਾ ਦਿੰਦਾ ਤੇ ਉਹਦੇ ਵਿੱਚ ਅਰਦਾਸ ਦਾ ਹੁਸਨ ਪੈਦਾ। ਵਿਗਾਸ ਉਹ ਵਸਤਾਰ ਦਾ ਸਿੱਖ ਅਰਦਾਸ ਵਿਗਾਸ ਚੋਂ ਪੈਦਾ, ਉਹ ਵਿਗਾਸ ਜਿਹੜਾ ਕਦੇ ਵੀ ਕਿਤੇ ਨਹੀਂ ਆਇਆ। ਉਹ 2 ਪੇਜ ਪੜ੍ਹ ਕੇ ਦੇਖੋ, ਉੱਥੇ ਤੁਹਾਨੂੰ ਪਤਾ ਲੱਗੂਗਾ। ਉਹ ਨਾ ਕਿਆਮਤ ਦਾ, ਉਹ ਨਾ ਬ੍ਰਹਮਾ ਸ਼ੰਕਰ ਦਾ, ਉਹ ਨਾ ਹਿੰਦੂ ਪੁਰਾਣਾਂ ਦੀ ਜਿੰਨੀਆਂ ਵੀ ਪਹੁੰਚ ਆ ਉੱਥੋਂ ਤੱਕ ਪਹੁੰਚਦੀ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਰਸਤੇ ਦੀਆਂ ਚੀਜ਼ਾਂ ਨੇ, ਉਸ ਵਿਗਾਸ ਤੱਕ ਗੁਰੂ ਹੀ ਪਹੁੰਚਦਾ। ਉਹ ਵਿਗਾਸ ਦੀ ਅੰਤਮ ਅਵਸਥਾ ਦੇ ਵਿੱਚੋਂ ਪ੍ਰੇਰ ਪੈਦਾ, ਪ੍ਰੇਰ ਦਾ ਹੁਸਨ ਜਾਗਦਾ ਉਹਦੇ ਵਿੱਚ। ਉਹ ਪ੍ਰੇਰ ਹੈ ਜਿਹੜੀ, ਉਸ ਪ੍ਰੇਰ ਨੇ ਖਾਲਸਾ ਸਾਜਿਆ, ਕਾਕਾਰ ਆਏ, ਉਸ ਪ੍ਰੇਰ ਗੁਰੂ ਆਏ, ਗੁਰੂ ਉਹ ਪ੍ਰੇਰ ਨੂੰ ਲੈ ਕੇ ਆਏ, ਗੁਰੂਆਂ ਦੇ ਵਿੱਚੋਂ ਮੌਜੂਦ ਵੀ ਸੀ, ਪਰ ਅਮਲ ਵਿੱਚ ਆਉਣ ਲਈ ਇੱਕ ਟਾਈਮ ਲੱਗਦਾ। ਸੋ ਪਿਆਰੇ ਖਾਲਸਾ ਜੀ, ਇਹ ਅੰਮ੍ਰਿਤ ਦੇ ਕੁੱਲ 13 ਹਿੱਸੇ ਨੇ। ਅਸੀਂ ਕੋਸ਼ਿਸ਼ ਕਰਾਂਗੇ, ਬਹੁਤ ਵਿਦਿਆਰਥੀ ਹੁਣ ਪੜ੍ਹ ਰਹੇ ਨੇ ਤੇ ਮੈਨੂੰ ਉਹ ਪੁੱਛਦੇ ਵੀ ਨੇ, ਦੱਸਦੇ ਵੀ ਨੇ ਵੀ ਮੈਂ ਆਹ ਕਿਤਾਬ ਪੜ੍ਹ ਲਈ, ਆਹ ਕਿਤਾਬ ਤੇ ਆ ਗਿਆ। ਬਹੁਤ ਵੱਡੇ ਖਿਆਲ ਨੇ ਇਹਨਾਂ ਦੇ ਵਿੱਚ, ਸਾਨੂੰ ਬਹੁਤ ਕੁਝ ਪ੍ਰਾਪਤ ਹੋ ਰਿਹਾ। ਉਹ ਜਿਹੜੇ ਐ ਪੜ੍ਹਦੇ ਨੇ, ਸਾਨੂੰ ਉਹਨਾਂ ਨੇ ਕਿੱਥੇ ਖੜਨ ਦੇਣਾ ਕਿਤੇ, ਉਹ ਤੇ ਅੱਗੇ ਹੀ ਅੱਗੇ ਜਾਣਗੇ। ਉਹ ਆਪ ਹੀ ਫਿਰ ਦੁਨੀਆ 'ਚ ਜਿਹੜੀਆਂ ਚੀਜ਼ਾਂ ਅੱਗੇ ਤੋਂ ਅੱਗੇ ਜਾਣ ਵਾਲੀਆਂ ਨੇ ਉਹਨਾਂ ਨੇ ਲੈ ਆਉਣੀਆਂ ਨੇ। ਬਾਕੀ ਸਭ ਤਰ੍ਹਾਂ ਦੇ ਬੰਦੇ ਹੁੰਦੇ ਨੇ, ਮੈਂ ਪੜ੍ਹਾਏ ਨੇ, ਮੈਂ ਯੂਨੀਵਰਸਿਟੀ 'ਚ ਪੜ੍ਹਾਇਆ, ਮੇਰੇ ਨਾਲ ਜਿਹੜੇ ਬੰਦੇ ਰਹੇ, ਮੇਰਾ ਸੁਭਾਅ ਸੀ, ਮੈਂ ਇੰਨੀਆਂ ਗੱਲਾਂ ਕਰਦਾ ਸੀ। ਜਿਹੜਾ ਵੀ ਬੰਦਾ, ਜਦੋਂ ਮੈਂ ਤੁਹਾਡੇ ਨਾਲ ਕਰਦਾ, ਜਿਹਦੇ ਬੰਦੇ ਕੋਲੇ ਮੈਂ 5-6 ਸਾਲ ਰਿਹਾ, ਕਿਸੇ ਕੋਲੇ ਸਾਲ ਭਰ ਮੇਰੇ ਘਰੇ 'ਚ ਵੀ ਰਹੇ, ਉਹ ਬੰਦੇ ਜੋ ਕੁਝ ਵੀ ਮੈਂ ਬੋਲਦਾ ਉਹ ਤਾਂ ਉਹਨਾਂ ਕੋਲੇ ਹੈਗਾ ਹੀ ਆ, ਉਹ ਤੇ ਉਹਨਾਂ ਨੂੰ ਮਿਲਿਆ ਹੀ ਆ। ਇਹੋ ਜਿਹੀਆਂ ਚੀਜ਼ਾਂ ਮੈਂ ਇਹੋ ਜਿਹੇ ਵੀ ਦੇਖੇ ਨੇ, ਉਹ ਉਹਨਾਂ ਨੂੰ ਆਪਣੀਆਂ ਬਣਾ ਕੇ ਵੀ ਵਰਤਦੇ। ਬਹੁਤ ਥਾਵਾਂ ਤੇ ਮੈਂ ਦੇਖੇ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ, ਕੋਈ ਸੁਣੀ ਹੋਈ ਚੀਜ਼ ਨੂੰ ਆਪਣੀ ਬਣਾ ਕੇ ਵਰਤਦੇ ਹੋ, ਮੇਰਾ ਯਕੀਨ ਹੈ ਤੁਸੀਂ ਉਹਨੂੰ ਵਰਤ ਲਿਆ, ਨਾ ਉਹ ਤੁਹਾਡੀ ਬਣੀ, ਨਾ ਉਹ ਕਿਸੇ ਅੱਗੇ ਲੇਖੇ ਲੱਗੇ। ਮੇਰਾ ਯਕੀਨ ਹੈ। ਹੁੰਦਿਆਂ ਮਾਣ ਹੋਏ ਨਿਤਾਣਾ, ਇਹ ਤੇ ਉਹ ਅਵਸਥਾ ਜਿਹੜੀ ਹਰ ਚੀਜ਼ ਨਾਲ ਨਿਆਂ ਚੋਂ ਪੈਦਾ ਹੁੰਦੀ ਹੈ। ਕਿ ਤੁਸੀਂ ਕਿਸੇ ਨਾਲ ਕਿੰਨਾ ਕਿ ਨਿਆਂ ਕਰਦੇ, ਤੁਹਾਡੀ ਚੀਜ਼ ਹੀ ਨਿਆਂ ਤੇ ਖੜੀ ਆ,
ਉਹਨੇ ਨਿਆਂ ਵਾਲੀ ਜਾਣਾ ਹੈ। ਰੌਲਾ ਜ਼ਰੂਰ ਪੈਂਦਾ, ਸ਼ੋਰ ਗੁਰੂਆਂ ਦੇ ਨਾਲ ਪਿਆ, ਕੰਮ 'ਚ ਵੀ ਪੈਂਦਾ। ਬਹੁਤ ਵਿਘਨ ਮੈਨੂੰ ਆਏ। ਮੈਂ ਇਹ ਕੰਮ ਜਦੋਂ ਕੀਤਾ, ਮੇਰੇ ਨਾਲ ਤਾਂ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ੋਰ ਨਾਲ ਸਿਰਫ ਵਿਜੇ ਪਾਲੀ ਸੀ ਤੇ ਉਹਦਾ ਪ੍ਰਭਾਵ, ਪਰ ਇਹ ਕੰਮ ਉਦੋਂ ਹੋ ਗਿਆ। ਫਿਰ ਬਹੁਤ ਮੁਸ਼ਕਲ ਨਾਲ ਕਿਸੇ ਦਾ ਨਾਂ ਲਵਾਂ, ਇੰਨਾ ਛੋਟਾ ਪਾਣਾ ਬੰਦਿਆਂ 'ਚ ਦੱਸਦਿਆਂ ਵੀ ਸ਼ਰਮ ਆਉਂਦੀ ਆ, ਜਿਵੇਂ ਬੰਦਾ ਕਿਸੇ ਨੂੰ ਟੌਰਚਰ ਕਰਨੀ ਧਰਤੀ ਤੇ ਆਇਆ ਹੋਵੇ। ਇਹੋ ਜਿਹੇ ਵੀ ਬੰਦੇ ਜੇ ਲੋੜ ਪਈ ਕਿਸੇ ਖਾਸ ਸੰਬੰਧ ਦੇ ਵਿੱਚ ਦੱਸਣਾ ਵੀ ਪੈ ਸਕਦਾ, ਸਿਰਫ ਪੰਥਕ ਸਭਾਵਾਂ ਦੇ ਲਈ, ਨਾ ਕਿ ਕੋਈ ਆਪਣੇ ਆਪ ਦੇ ਭਲੇ ਲਈ, ਕੋਈ ਆਪਣੇ ਸਵਾਰਥ ਲਈ। ਕਈ ਵਾਰੀ ਪੰਥਕ ਸਭਾਵਾਂ ਦੇ ਵਿੱਚ ਬਹੁਤ ਕੁਝ ਦੱਸਣਾ ਬਣਦਾ ਹੁੰਦਾ। ਉੱਥੇ ਫਿਰ ਜੇ ਲੋੜ ਪਈ ਤਾਂ ਦੱਸਾਂਗੇ ਵੀ। ਮੈਂ ਦੱਸਿਆ ਵੀ ਇੱਕ ਥਾਂ ਤੇ ਬਹੁਤ ਕੁਝ, ਪਰ ਉਹਨਾਂ ਨੇ ਅਜੇ ਜ਼ਾਹਰ ਨਹੀਂ ਕੀਤਾ। ਕਿਸੇ ਵੇਲੇ ਤੇ ਉਹ ਕਰਨਗੇ, ਕਿਉਂਕਿ ਉਹ 26-27 ਸਿਆਂ 'ਚ ਜਿਹੜੀ ਮੇਰੀ ਉਹ ਲੰਮੀ YouTube 8-9 ਘੰਟਿਆਂ ਦੀ ਉਹਨਾਂ ਨੇ ਬਣਾਈ ਸੀ। ਮੇਰੇ ਪਿੰਡ ਦੇ ਵਿੱਚ ਉਹ 12-13 ਬੰਦੇ ਸੀਗੇ। ਉਹਨਾਂ ਨੇ ਦਲਜੀਤ ਬਿੱਟੂ ਉਹਨਾਂ ਨੇ ਉਹ ਕੁਛ ਹਿੱਸੇ ਉਹਨਾਂ ਨੇ ਨਹੀਂ ਪਾਏ, ਪਰ ਉਹ ਵੀ ਕਿਸੇ ਦਿਨ ਉਹਨਾਂ ਨੇ ਪਾ ਦੇਣੇ ਨੇ। ਉਹਨਾਂ ਕੋਲੇ ਤੇ ਉਹ ਹੈਗੇ ਹੀ ਨਹੀਂ। ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੇ ਵੀ ਮਟਾਤੇ। ਮੈਂ ਉਹਦੇ ਵਿੱਚ ਦੱਸਿਆ ਵੀ ਆ ਕਿ ਆਦਮੀ ਦੀ ਜਿਹੜੀ ਕਿਰਤ ਕਣਤਾ ਉਹ ਆਦਮੀ ਦੇ ਸੁਭਾਅ 'ਚ ਪਈ ਹੁੰਦੀ, ਉਹ ਨਹੀਂ ਜਾ ਸਕਦੀ। ਆਦਮੀ ਦੀ ਪਰਮਾਤਮਾ ਕਰੇ ਕਿ ਆਦਮੀ ਦੇ ਵਿੱਚ ਇੱਕ ਵਫਾਦਾਰੀ ਹੋਵੇ, ਹਰ ਚੀਜ਼ ਦਾ ਮੁੱਲ ਪਾਵੇ, ਹਰ ਚੀਜ਼ ਦੇ ਸ਼ੁਕਰਗੁਜ਼ਾਰੀ, ਪਾਣੀ ਪੀਤੇ ਦੀ ਵੀ ਸ਼ੁਕਰਗੁਜ਼ਾਰੀ ਹੋ, ਜਿੱਥੇ ਵੀ ਕਿਤੇ ਪੀਤਾ। ਕਿ ਤੁਸੀਂ ਕਿਸੇ ਨਾਲ ਵੀ ਨਿਆਂ ਜਿਹੜਾ ਕਰਦੇ ਆ, ਉਹ ਨਿਆਂ ਮੇਰਾ ਯਕੀਨ ਹੈ ਉਹ ਜ਼ਿੰਦਗੀ ਦਾ ਰਿਜ਼ਕ, ਉਹ ਜ਼ਿੰਦਗੀ ਦਾ ਭਲਾ ਨਹੀਂ ਬਣਦਾ। ਕੋਈ ਸ਼ੋਰ ਸ਼ਰਾਬਾ ਪੈਦਾ ਹੋ ਸਕਦਾ। ਸੋ ਮੈਂ ਇਹ ਗੱਲਾਂ ਇੰਨੀਆਂ ਕੀਤੀਆਂ ਨੇ। ਤੁਸੀਂ ਇਲਾਹੀ ਨਦਰ ਦੇ ਪੈਂਡੇ ਪੜ੍ਹਨਾ ਹੈ, ਇਹ ਸੁਣ ਕੇ ਆਪ ਇਹਦੂ ਵੀ ਵੱਡੇ ਅਰਥ ਕਰ ਲੈਣੇ। ਇਹਦੂ ਵੱਡੇ ਅਰਥਾਂ 'ਚ ਇਹਨੂੰ ਲੈ ਕੇ ਆਉਣਾ, ਲਿਖਣਾ ਵੀ ਹੈ, ਇਹਦਾ ਜ਼ਹੂਰ ਵੀ ਕਰਨਾ ਹੈ, ਘਰਾਂ 'ਚ ਬੱਚਿਆਂ ਨੂੰ ਵੀ ਦੱਸਣਾ, ਛੋਟਿਆਂ ਵੱਡਿਆਂ ਨੂੰ, ਤਾਂ ਕਿ ਅੰਮ੍ਰਿਤ ਦੀ ਦਾਤ ਹੈ ਜਿਹੜੀ ਸਾਡੇ ਅੰਦਰ ਉਹੀ ਰੂਪ ਲੈ ਕੇ ਆਵੇ ਜਿਹੜਾ ਅਸਲ ਰੂਪ ਸਾਨੂੰ ਗੁਰੂ ਨੇ ਦਿੱਤਾ। ਉਹਦਾ ਅਸਲ ਸਾਡੇ ਵਿੱਚ ਅਮਲ 'ਚ ਹੋਵੇ, ਵੱਧ ਤੋਂ ਵੱਧ ਹੋਵੇ, ਤੇ ਅਸੀਂ ਉਹਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ। ਮੇਰੇ ਯਤਨ ਹੀ ਨੇ, ਮੇਰਾ ਯਕੀਨ ਹੈ ਕਿ ਯਤਨ ਜ਼ਰੂਰ, ਜੇ ਸਾਡੇ ਅਸੀਂ ਨਿਰਸਵਾਰਥ ਹਾਂ, ਸਾਡੇ 'ਚ ਕੋਈ ਨਿਰਸਵਾਰਥ ਸੇਵਾ ਦੀ ਭਾਵਨਾ ਥੋੜੀ ਬਾਲੀ ਵੀ ਹੈ, ਤਾਂ ਇਹਨਾਂ ਯਤਨਾਂ ਨੂੰ ਸਰਦਾਰ ਗੁਰਦੀਪ ਸਿੰਘ ਜੀ ਜਿਹੜੇ ਨੇ ਕੋਆਪਰੇਸ਼ਨ ਦੇ ਰਹੇ ਨੇ, ਪਤਾ ਨਹੀਂ ਮੈਨੂੰ ਕਿਵੇਂ ਮਿਲੇ ਤੇ ਮੌਕਾ ਮਿਲ ਲਿਆ। ਇਹ ਕੰਮ ਮੈਂ ਨਹੀਂ ਕਰ ਸਕਦਾ। ਇਹ ਜੇ ਇਹ ਇੰਨੇ ਅਣਖਿਝ ਹੋ ਕੇ ਸੁਣੀ ਜਾਂਦੇ ਨੇ, ਕਈ ਵਾਰੀ ਮੈਂ ਮੌਕਾ ਹੀ ਨਹੀਂ ਦਿੰਦਾ। ਤੇ ਇਹ ਸਾਨੂੰ ਜਿਹੜਾ ਗੁਰੂ ਨੇ ਜੋੜਿਆ, ਮੇਰਾ ਯਕੀਨ ਹੈ ਇਹਦੇ ਵਿੱਚੋਂ ਅੱਗੇ ਤੋਂ ਅੱਗੇ ਕੰਮ ਕਰਨ ਵਾਲੇ ਬੰਦੇ ਬਹੁਤ ਪੈਦਾ ਹੋਣਗੇ, ਬਹੁਤ ਆਉਣਗੇ। ਮੇਰੇ ਨਾਲ ਅਕੈਡਮੀ 'ਚ ਵੀ ਬੰਦੇ ਬਹੁਤ ਆਏ ਨੇ, ਆ YouTube ਬੰਦੇ ਰਾਹੀਂ ਨਵੇਂ ਵੀ ਜੋੜੇ ਨੇ, ਬਹੁਤ ਪੜ੍ਹਨ ਲਿਖਣ ਵਾਲੇ, ਬੜੇ ਕਮਾਲ ਦੇ ਤੇ ਬੜੇ ਨਿਮਰ ਤੇ ਬਹੁਤ ਕਮ ਪੜ੍ਹੇ ਲਿਖੇ, ਉਹ ਖੁਦ ਵੀ ਲਿਖਦੇ ਨੇ। ਸੋ ਮੈਨੂੰ ਖੁਸ਼ੀ ਆ ਕਿ ਅਸੀਂ ਰਲ ਮਿਲ ਕੇ ਹੌਲੀ ਹੌਲੀ ਦੁਨੀਆ ਤੱਕ ਇਹ ਸਾਰਾ ਕੁਝ ਲਿਜਾਣ ਦੇ ਵਿੱਚ ਸਫਲ ਹੋਵਾਂਗੇ। ਮੈਂ ਇੰਨੀਆਂ ਕੁ ਗੱਲਾਂ ਕਹਿ ਕੇ ਤੁਹਾਤੋਂ ਮਾਫੀ ਮੰਗਦਾ। ਬਹੁਤ ਕੁਝ ਵੱਧ ਘੱਟ ਬੋਲਿਆ ਜਾਂਦਾ, ਕਿਸੇ ਦਾ ਦਿਲ ਦੁਖਾਇਆ ਹੋਵੇ, ਮੈਂ ਉਹਨਾਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਅਖੀਰ ਦੇ ਵਿੱਚ ਗੁਰਦੀਪ ਸਿੰਘ ਜੀ ਨੂੰ ਵੀ ਬੇਨਤੀ ਕਰਦਾ, ਕਿਉਂਕਿ ਮੇਰੇ ਵੱਲੋਂ ਤੇ ਮੈਂ ਪੂਰਾ ਕਰ ਦਿੱਤਾ। ਉਹ ਆਪਣੀ ਗੱਲ ਹੈ ਜਿਹੜੀ ਆਖਰ ਦੇ ਵਿੱਚ ਮੈਨੂੰ ਸਮਾਪਤੀ ਦੇਣ, ਜਾਂ ਕੁਝ ਮੈਨੂੰ ਕਹਿਣਾ ਚਾਹੁੰਦੇ ਨੇ, ਉਹ ਜਿਸ ਤਰ੍ਹਾਂ ਠੀਕ ਸੋਚਦੇ ਨੇ, ਉਹਨਾਂ ਦੀ ਮਰਜ਼ੀ ਤੇ ਨਿਰਭਰ ਹੈ। ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਇੰਨੇ ਸਾਰੇ ਨੁਕਤੇ ਤੁਸੀਂ ਜ਼ਿੰਦਗੀ ਦੇ ਜਿਹੜੇ ਤੁਹਾਨੂੰ ਦੱਸ ਦਿੰਦੇ ਹੋ ਕਿ ਉਹਦੇ ਲਈ ਲਫ਼ਜ਼ ਨਹੀਂ ਰਹਿੰਦੇ ਕਿ ਕਿੱਦਾਂ ਨਾਲ ਉਹ ਚੀਜ਼ ਨੂੰ ਅਸੀਂ ਬਿਆਨ ਕਰ ਪਾਈਏ। ਚਾਹੇ ਇਸ ਨੂੰ ਹੁਣ ਨਾ ਸਮਝਿਆ ਜਾਵੇ ਗੱਲ ਨੂੰ, ਜਾਂ ਇੱਕ ਵਾਰ 'ਚ ਨਾ ਸਮਝਿਆ ਜਾਵੇ, ਬਟ ਮੇਰਾ ਵੀ ਯਕੀਨ ਹੈ ਕਿ ਇਹ ਇਹਨਾਂ ਜਿਹੜਾ ਖਜ਼ਾਨਾ ਜਿਹੜਾ ਤੁਸੀਂ ਵੰਡਦੇ ਹੋ, ਇਹਨੂੰ ਜ਼ਰੂਰ ਕਈ ਲੋਕ ਤਾਂ ਹੁਣ ਵੀ ਸਮਝਦੇ ਨੇ, ਬਟ ਅੱਗੇ ਜਾ ਕੇ ਇਹਨੂੰ ਜ਼ਰੂਰ ਸਮਝਿਆ ਜਾਏਗਾ। ਔਰ ਫਿਰ ਮੈਨੂੰ ਇੰਡੀਮੀਅਨ ਯਾਦ ਆਉਂਦੀ ਹੈ ਕੀਟਸ ਦੀ, ਕਿ ਜੋ ਪਹਿਲੀ ਲਾਈਨ ਹੀ ਉਹਦੀ ਹੁੰਦੀ ਹੈ ਕਿ ਥਿੰਕ ਆਫ ਬਿਊਟੀ ਇਜ਼ ਜੋਏ ਫੋਰਐਵਰ। ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੀਆਂ ਨੇ, ਥਿੰਕ ਆਫ ਬਿਊਟੀ ਨੇ ਜੀ। ਉਹਦੇ ਵਿੱਚ ਮੈਂ ਗੱਲ ਕਰਾਂ ਜਾਂ ਹੋਰ ਕੋਈ ਗੱਲ ਕਰੇ, ਉਹਦਾ ਕੋਈ ਜ਼ਿਆਦਾ ਉਹ ਨਹੀਂ ਹੈ, ਲੇਕਿਨ ਥਿੰਕ ਆਫ ਬਿਊਟੀ ਇਜ਼ ਜੋਏ ਫੋਰਐਵਰ। ਜੋ ਜੋਏ ਫੋਰਐਵਰ ਨਹੀਂ ਹੈ, ਤਾਂ ਥਿੰਕ ਆਫ ਬਿਊਟੀ ਵੀ ਨਹੀਂ ਹੈ।
ਸਿੱਧਾ ਜਾਇਦਾ ਉਹ ਹੈ, ਬਟ ਜਿਹੜਾ ਨੁਕਤਾ ਹੈ। ਔਰ ਜਿੱਥੋਂ ਤੱਕ ਤੁਸੀਂ ਗੱਲ ਦੂਸਰੀ ਕੀਤੀ ਕਿ ਕਈ ਵਾਰ ਇਹ ਪਾਇਰਸੀ ਹੋ ਜਾਂਦੀ ਹੈ, ਜਾਂ ਤੁਸੀਂ ਕਹਿ ਲਓ ਕਿ ਜਿਹੜੇ ਇਹ ਲੋਕ ਕਾਪੀ ਕਰਦੇ ਨੇ ਆਪਣੇ, ਉਹ ਉਹਨਾਂ ਦੇ ਸਟਾਈਲ ਤੋਂ ਹੀ ਜਾਂ ਉਹਨਾਂ ਦੀ ਜਿਹੜੀ ਪੈਰੋਡੀ ਕਰਨ ਦਾ ਤਰੀਕਾ ਹੁੰਦਾ, ਉਹਦੋਂ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਵਿਚਾਰ ਹੈ ਭਾਈ ਸਾਹਿਬ ਦਾ ਜਾਂ ਭੈਣ ਜੀ ਦਾ ਹੈ ਨਹੀਂ ਹੈ। ਉਹ ਇੱਕ ਵਾਰ ਮੈਨੂੰ ਯਾਦ ਹੈ, ਸਾਡੇ ਬੀਐਡ ਦੇ ਵਿੱਚ ਲੜਕਾ ਬੋਲ ਰਿਹਾ ਸੀਗਾ, ਮੈਂ ਕਿਹਾ ਇੱਕ ਨਾ ਆਪਣੇ ਇੱਕ ਰਾਈਟਰ ਨੇ ਸ਼ਿਵ ਖੇੜਾ, ਉਹਨਾਂ ਨੂੰ ਖੇੜਾ ਕਹਿੰਦੇ ਨੇ ਕਿ ਖੈਰਾ ਕਿੱਦਾਂ ਜਿੱਦਾਂ ਵੀ ਕਹਿੰਦੇ ਨੇ, ਸ਼ਿਵ ਖੇੜਾ ਨੇ ਵੈਸੇ ਉਹ ਐਕਚੁਅਲੀ ਉਹਨਾਂ ਦੀ ਇੱਕ ਬੁੱਕ ਹੈ ਜੀਤ ਆਪਕੀ, ਇੰਗਲਿਸ਼ ਦੇ ਵਿੱਚ ਉਹਦਾ ਵਰਜਨ ਹੈ ਯੂ ਕੈਨ ਵਿਨ। ਉਹ ਹੁਣ ਜਦੋਂ ਬੰਦਾ ਉਸ ਬੁੱਕ ਤੋਂ ਪ੍ਰਭਾਵਿਤ ਹੋਵੇ ਜਾਂ ਉਸ ਪਰਸਨੈਲਿਟੀ ਤੋਂ ਪ੍ਰਭਾਵਿਤ ਹੋਵੇ ਤਾਂ ਉਹਦਾ ਸਟਾਈਲ, ਉਹਦੇ ਐਡਜੈਕਟਿਵਸ, ਉਹਦੀ ਡਿਕਸ਼ਨ ਉਹ ਚੱਕਦਾ ਹੈ। ਤਾਂ ਜਦੋਂ ਹੀ ਕਈ ਵਾਰ ਇਦਾਂ ਹੁੰਦਾ ਕਿ ਕਈ ਵਾਰ ਕਿਸੇ ਸਪੀਕਰ ਨੂੰ ਬੋਲਦੇ ਸੁਣੀਦਾ, ਉਹ ਪਤਾ ਲੱਗ ਜਾਂਦਾ ਕਿ ਇਹ ਤਾਂ ਯਾਰ ਤੂੰ ਉਹਦੀ ਗੱਲ ਕਰੀ ਜਾਂਦਾ ਪਿਆ। ਕਿਉਂਕਿ ਜਿੱਦਾਂ ਬੱਚੇ ਮੂਵੀ ਦੇਖ ਕੇ ਬਾਹਰ ਨਿਕਲਦੇ ਨੇ, ਉਹ ਫਿਰ ਡਾਇਲੌਗ ਬੋਲਣ ਲੱਗ ਜਾਂਦੇ ਨੇ ਉਦਾਂ ਦੇ, ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਉਹਨਾਂ ਤੋਂ ਕਿ ਜਿਹੜੇ ਬੱਚੇ ਨੇ ਆਹ ਵਾਲੀ ਮੂਵੀ ਦੇਖੀ ਹੋਈ ਹੈ। ਉਹ ਜਿੱਦਾਂ ਮੈਨੂੰ ਯਾਦ ਆ ਜਦੋਂ ਬਦਲਾ ਜੱਟੀ ਦਾ ਨਵੀਂ ਮੂਵੀ ਆਈ ਸੀ, ਉਹ ਜਵਾਕ ਸਾਰੇ ਗਲੀਆਂ ਦੇ ਵਿੱਚ ਉਸ ਦੀ ਪੈਰੋਡੀ ਕਰਦੇ ਫਿਰਦੇ ਸੀ। ਚਲੋ ਉਹ ਤਾਂ ਮੂਵੀ ਦੀ ਪੈਰੋਡੀ ਸੀ, ਲੇਕਿਨ ਜਦੋਂ ਬੰਦਾ ਖਿਆਲ ਦੀ ਪੈਰੋਡੀ ਕਰਦਾ ਹੈ ਔਰ ਬਾਅਦ ਦੇ ਵਿੱਚ ਉਹ ਕਹਿ ਦਿੰਦਾ ਕਿ ਇਹ ਖਿਆਲ ਜਿਹੜਾ ਇਹ ਮੇਰਾ ਖਿਆਲ ਹੈ, ਉਹ ਬੰਦੇ ਦਾ ਜ਼ਿਕਰ ਵੀ ਨਹੀਂ ਕਰਦਾ ਕਿ ਜਿਸ ਦਾ ਉਹ ਐਕਚੁਅਲ ਦੇ ਵਿੱਚ ਖਿਆਲ ਹੁੰਦਾ। ਇਹ ਵੀ ਇੱਕ ਤਰ੍ਹਾਂ ਦੀ ਬਹੁਤ ਵੱਡੀ ਜਿਹੜੀ ਇੱਕ ਭਿਅੰਕਰ ਚੋਰੀ ਹੈ, ਮੈਂ ਇਹਨੂੰ ਮੰਨਦਾ, ਜਿਹੜੀ ਕਿ ਛੁਪੀ ਰਹਿੰਦੀ ਨਹੀਂ ਹੈ। ਇਹ ਪਲੈਜਰਿਜ਼ਮ ਛੁਪਿਆ ਨਹੀਂ ਰਹਿੰਦਾ, ਨਾ ਸਟਾਈਲ ਦਾ ਰਹਿੰਦਾ ਹੈ, ਨਾ ਡਿਕਸ਼ਨ ਦਾ ਰਹਿੰਦਾ ਹੈ, ਨਾ ਹੀ ਥੌਟ ਦਾ ਰਹਿੰਦਾ, ਖਿਆਲ ਦਾ ਰਹਿੰਦਾ ਹੈ। ਬਟ ਚਲੋ ਇਹ ਵੀ ਪਰਮਾਤਮਾ ਸਾਰਿਆਂ ਦੀ ਰੂਹ ਨੂੰ ਸ਼ਾਂਤੀ ਦੇਵੇ। ਔਰ ਬਾਬਾ ਜੀ ਇਹ ਕੰਮ ਆਪਾਂ ਏਦਾਂ ਹੀ ਜਾਰੀ ਰੱਖਣਾ ਹੈ ਜੀ। ਤੁਹਾਡੇ ਜਿਹੜਾ ਮੇਅਰ ਜਿਹੜੀ ਤੁਹਾਡੇ ਗੱਡੇ ਤੇ ਬਣੀ ਰਹਿਣੀ ਚਾਹੀਦੀ ਹੈ। ਤੇ ਫਿਰ ਦਰਸ਼ਕੋ, ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਤੇ ਫਿਰ ਇੱਕ ਅਸੀਂ ਅਗਲੇ ਐਪੀਸੋਡ ਦੇ ਵਿੱਚ ਹੋਰ ਜਾਣਕਾਰੀ, ਹੋਰ ਪੁਆਇੰਟ ਆਫ ਵਿਊ ਤੋਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਉਦੋਂ ਤੱਕ ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ।